ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ, ਉਹਨਾਂ ਵੱਲੋਂ ਬਾਬਾ ਲਦੇਨ ਜੀ ਬਾਬਾ ਜੀ ਬੈਠੇ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਾ ਅਰਬਾਂ ਖਰਬਾਂ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਦਾਸ ਹਾਜ਼ਰ ਹੈ। ਸ਼੍ਰੋਮਣੀ ਪੰਥ ਅਕਾਲੀ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਵੱਲੋਂ ਭਾਈ ਸ਼ੇਰ ਸਿੰਘ ਜੀ ਹਾਜ਼ਰ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਨਰਾਇਣ ਸਿੰਘ ਜੀ, ਉਹਨਾਂ ਵੱਲੋਂ ਬਾਬਾ ਜੀ ਵੀ ਹਾਜ਼ਰ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ। ਸ਼੍ਰੋਮਣੀ ਪੰਥ ਅਕਾਲੀ ਬਾਬਾ ਧੀਰਾ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਬਾਬਾ ਬਲਵਿੰਦਰ ਸਿੰਘ ਉਡਣਾ ਦਲ ਵਾਲੇ, ਉਹਨਾਂ ਦੀਆਂ ਫੌਜਾਂ ਮੌਜੂਦ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਮੜੀਆਂ ਵਾਲੇ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਬਾਪੂ ਗੁਰਦੀਪ ਸਿੰਘ ਜੀ ਡਿਵਡਵਾ ਸਾਹਿਬ, ਉਹ ਵੀ ਸਾਡੇ ਵਿੱਚ ਹਾਜ਼ਰ ਨੇ। ਅੱਜ ਇਹ ਪ੍ਰੈਸ ਕਾਨਫਰੰਸ ਦੁਬਾਰਾ ਫੇਰ ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਰਪੁਰਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਐਲਾਨ ਕੀਤਾ ਵੀ ਇਹ ਕਾਲੇ ਕਾਨੂੰਨ ਜਿਹੜੇ 3 ਕਾਨੂੰਨ ਬਣਾਏ ਸੀ ਉਹ ਵਾਪਸ ਹੋ ਜਾਣਗੇ। ਰਸਮੀ ਐਲਾਨ ਹੋਇਆ। ਸਾਰੇ ਕਿਸਾਨਾਂ ਨੇ, ਮਜ਼ਦੂਰਾਂ ਨੇ, ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ। ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਵੀ ਆਉਣ ਵਾਲਾ ਜਿਹੜਾ 17 ਸੈਸ਼ਨ ਆ ਉਹਦੇ ਵਿੱਚ ਇਹ ਸੈਸ਼ਨ ਸੱਦ ਕੇ ਉਹਦੇ ਵਿੱਚ ਬਕਾਇਦਾ ਇਹਨੂੰ ਰੱਦ ਕੀਤਾ ਜਾਊਗਾ। ਹੁਣ ਅਸੀਂ ਸਾਰੇ ਜਿੰਨੇ ਵੀ ਇੱਥੇ ਦਲ ਪੰਥ ਬੈਠੇ ਨੇ, ਜਿੰਨਾ ਵੀ ਕਿਸਾਨ ਬੈਠਾ, ਮਜ਼ਦੂਰ ਬੈਠਾ, ਧਰਨੇ ਲਾ ਕੇ ਉਸ ਦਿਨ ਦਾ ਅਸੀਂ ਇੰਤਜ਼ਾਰ ਕਰਦੇ ਹਾਂ ਜਿਸ ਦਿਨ ਸੰਸਦ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਉਹ ਰੱਦ ਹੋਣਗੇ। ਜਦੋਂ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਕਾਨੂੰਨ ਰੱਦ ਹੋ ਗਏ, ਉਹ ਮਤਾ ਪੈ ਗਿਆ, ਉਹ ਪਾਸ ਹੋ ਗਿਆ, ਰੱਦ ਹੋਣ ਦਾ ਸਾਰਾ ਕੁਝ ਜਿਹੜੀ ਕਾਰਵਾਈ ਉਹ ਆ ਗਈ। ਸਾਰੇ ਮੀਡੀਆ ਦੇ ਵਿੱਚ ਪਤਾ ਲੱਗ ਗਿਆ ਵੀ ਹਾਂ ਬਿਲਕੁਲ ਹੁਣ ਲਿਖਤੀ ਰੂਪ ਦੇ ਵਿੱਚ ਇਹ ਰੱਦ ਹੋ ਚੁੱਕੇ ਨੇ। ਫਿਰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚਾ ਕਿਸਾਨ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ ਜਿੰਨਾ ਵੀ ਹੈ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਸਮੁੱਚਾ ਭਾਰਤ ਤੇ ਪੂਰੇ ਵਰਲਡ ਦੀਆਂ ਸਿੱਖ ਸੰਗਤਾਂ ਵੱਲੋਂ ਰਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾਊਗਾ। ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ। ਅਰਦਾਸ ਬੇਨਤੀ ਹੋਣੀ ਆ ਜਿਹੜੇ ਸ਼ਹੀਦ ਇੱਥੇ ਮੋਰਚੇ ਦੇ ਵਿੱਚ ਹੋਏ ਨੇ। ਸਾਡੇ ਨੌਜਵਾਨ ਭਾਈ ਨਵਰੀਤ ਸਿੰਘ ਜੀ ਡਿਵਡਵਾ ਸਾਹਿਬ, ਹੋਰ ਕਿਸਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ, ਜਿਨ੍ਹਾਂ ਨੇ ਵੀ ਸ਼ਹਾਦਤ ਦਿੱਤੀ ਹੈ, ਗੋਲੀ ਮਾਰ ਕੇ ਆਪਣਾ ਸ਼ਹਾਦਤ ਦਿੱਤੀ ਹੈ, ਨਾ ਕਿਸਾਨਾਂ ਦੁੱਖ ਸਹਾਰਦੇ ਹੋਏ। ਹੋਰ ਵੀ ਬਹੁਤ ਸਾਰੇ ਨੌਜਵਾਨ ਸ਼ਹੀਦ ਹੋਏ ਨੇ। ਯੂਪੀ ਦੇ ਵਿੱਚ ਕਿਸਾਨਾਂ ਨੂੰ ਦਰੜ ਕੇ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ, ਕੁੱਟ ਕੇ ਮਾਰੇ ਗਏ। ਕਰਨਾਲ ਦੇ ਵਿੱਚ ਸਮੁੱਚੇ ਜੋ ਇਸ ਮੋਰਚੇ ਦੇ ਸ਼ਹੀਦ ਨੇ ਉਹਨਾਂ ਨੂੰ ਵੀ ਉਹ ਸਮਰਪਿਤ ਅਖੰਡ ਪਾਠ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਸਤਿਗੁਰਾਂ ਸ਼ੁਕਰਾਨਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਊਗਾ। ਫਿਰ ਇਹ ਜਿਹੜਾ ਇੱਥੋਂ ਨਿਹੰਗ ਸਿੰਘ ਜਥੇਬੰਦੀਆਂ ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ, ਬੰਗਲਾ ਸਾਹਿਬ, ਉੱਥੇ ਵੀ ਦਰਸ਼ਨ ਕੀਤੇ ਜਾਣਗੇ। ਉੱਥੇ ਵੀ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਜਾਵੇਗਾ ਕਿਉਂਕਿ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਇੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਹਿੰਦੂ ਧਰਮ ਬਚਾਉਣ ਵਾਸਤੇ ਇੱਥੇ ਬਲੀਦਾਨ ਦਿੱਤਾ। ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਉੱਥੇ ਵੀ ਅਸੀਂ ਸ਼ੁਕਰਾਨੇ ਦੀ ਅਰਦਾਸ ਕਰਕੇ ਆਵਾਂਗੇ। ਭੋਗ ਉਪਰੰਤ ਰਾਗੀ ਢਾਡੀ ਸਿੰਘਾਂ ਨੇ ਇੱਥੇ ਕਥਾ ਕੀਰਤਨ ਕਰਨਾ ਹੈ। ਵੱਡੀ ਪੱਧਰ ਦੇ ਸਮਾਗਮ ਹੋਣੇ ਨੇ। ਤੇ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਜੋ ਅਸੀਂ ਇਹ ਮੋਰਚਾ ਜਿਹੜਾ ਲੜਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਲੜਿਆ ਗਿਆ। ਨਿਸ਼ਾਨਾ ਹੇਠ ਪੰਥ ਆ, ਜਦੋਂ ਹਮੇਸ਼ਾ ਮੋਰਚਾ ਲੱਗਦਾ ਉਹ ਨਿਸ਼ਾਨਾ ਦੀ ਤਾਬਿਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੜਿਆ ਜਾਂਦਾ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਮਾਨ ਰਹੇ ਨੇ, ਆਪ ਇਸ ਮੋਰਚੇ ਦੀ ਅਗਵਾਈ ਕਰਦੇ ਰਹੇ ਨੇ। ਤੇ ਮੋਰਚਾ ਵੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਤੇ ਇਹ ਐਲਾਨ ਹੋਇਆ। ਰੱਦ ਬਿੱਲ ਹੋਏ ਨੇ ਜਿਹੜੇ ਰਸਮੀ ਤੌਰ ਤੇ ਸੰਸਦ ਦੇ ਵਿੱਚ ਵੀ ਪਾਸ ਹੋ ਜਾਣੇ ਆ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ। ਤੇ ਫਿਰ ਅਸੀਂ ਸ਼ੁਕਰਾਨਾ ਕਰਕੇ ਇੱਥੋਂ ਨਿਸ਼ਾਨਾ ਦੀ ਤਾਬਿਆ ਧੌਂਸਿਆਂ ਨਗਾਰਿਆਂ ਨੇ ਘੋੜਿਆਂ ਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ ਪੂਰੇ
ਇੱਥੋਂ ਤਿਆਰ ਪ੍ਰਤਿਆਰ ਹੋ ਕੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਲੇ ਪਾਏ ਜਾਣਗੇ। ਸਾਰਿਆਂ ਨੇ ਜਾਣਾ, ਆਪਾਂ ਨੇ ਚੜ੍ਹਦੀ ਕਲਾ ਦੇ ਨਾਲ ਪੂਰੀ ਧੂਮ ਦੇ ਨਾਲ ਸੰਗਤਾਂ ਨੇ ਬਹੁਤ ਸਤਿਕਾਰ ਕਰਨਾ ਹੈ। ਇੱਥੋਂ ਜਿਹੜਾ ਪੜਾਅ ਚੱਲਿਆ ਜਾਊ ਉਹ 2-3 ਪੜਾਅ ਰਾਹ ਦੇ ਵਿੱਚ ਕੀਤੇ ਜਾਣ, ਕਿਉਂਕਿ ਇੱਥੋਂ ਬਹੁਤ ਅੰਮ੍ਰਿਤਸਰ ਸਾਹਿਬ ਦੂਰ ਹੈ, ਇੱਕ ਦਿਨ 'ਚ ਨਹੀਂ ਜਾਇਆ ਜਾਣਾ। 2-3 ਉੱਥੇ ਪੜਾਅ ਰਾਹ ਦੇ ਵਿੱਚ ਕੀਤੇ ਜਾਣਗੇ, ਉਹ ਬਣਾਈ ਜਾ ਰਹੀ ਹੈ। ਅਸੀਂ ਸਿਰਫ ਇੰਤਜ਼ਾਰ ਉਸ ਟਾਈਮ ਦਾ ਦਿਨ ਦਾ ਕਰ ਰਹੇ ਹਾਂ ਜਦੋਂ ਇਹ ਬਿੱਲ ਰੱਦ ਹੋਣਗੇ, ਸੰਸਦ ਦੇ ਵਿੱਚ ਮਤਾ ਪਊਗਾ। ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜਾ ਦਿਨ ਆ ਉਹ ਚੁਣਿਆ ਜਾਊਗਾ, ਕਿਹੜੀ ਡੇਟ ਆਉਂਦੀ ਆ, ਕਿਸ ਦਿਨ ਤੇ ਇਹ ਸਾਰੀ ਪ੍ਰਕਿਰਿਆ ਖਤਮ ਹੁੰਦੀ ਹੈ। ਇੱਧਰੋਂ ਕਾਨੂੰਨ ਰਾਦਾਂ ਦੀ ਫਿਰ ਸਾਰਾ ਸਮੁੱਚਾ ਪੰਥ ਇਕੱਤਰ ਹੋ ਕੇ ਗੁਰੂ ਸਾਹਿਬ ਸਰਕਾਰ ਕਰਨੇ ਆ। ਤੇ ਇਹ ਪ੍ਰੋਗਰਾਮ ਜਿਹੜੇ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੀਆਂ ਪੰਥ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਜੀ। ਇਹ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੋਣੀ ਹੈ। ਬਾਬਾ ਜਿਵੇਂ ਨਗਰ ਕੀਰਤਨ ਜਾਂਦਾ ਨੌਵੇਂ ਪਾਲਕੀ ਸਾਹਿਬ ਸਜਾ ਕੇ ਜਾਇਆ ਜਾਊਗਾ ਜਾਂ ਵੈਸੇ ਹੀ ਕਾਫਲੇ ਦੇ ਤੌਰ ਤੇ ਜਾਇਆ ਜਾਊਗਾ? ਨਹੀਂ, ਅਸੀਂ ਗੁਰੂ ਸਾਹਿਬ ਦੇਖੋ ਤਾਬਿਆ ਦੇਖੋ, ਜਦੋਂ ਅਸੀਂ ਇੱਥੇ ਆਏ ਹਾਂ ਉਦੋਂ ਵੀ ਗੁਰੂ ਸਾਹਿਬ ਦੇ ਸਰੂਪ ਨਾਲ ਆਏ ਨੇ। ਪਾਲਕੀ ਸਾਹਿਬ ਦੇ ਵਿੱਚ ਸੁਭਾਇਮਾਨ ਨੇ, ਅੱਜ ਵੀ ਸਤਿਗੁਰੂ ਮਹਾਰਾਜ ਖੁੱਲੇ ਦਰਸ਼ਨਾਂ ਦੇ ਦਾਲ ਦੇ ਰਹੇ ਨੇ। ਸਮਾਪਤੀ ਉਪਰੰਤ ਵੀ ਅਖੰਡ ਪਾਠ ਸਾਹਿਬ ਹੋਣਗੇ ਤੇ ਸਤਿਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਜਿਹੜਾ ਕਾਫਲਾ ਜਾਣਾ ਗੁਰੂ ਮਹਾਰਾਜ ਦੀ ਉਹਦੀ ਅਗਵਾਈ ਆਪ ਕਰਨਗੇ, ਕਿਉਂ ਮੋਰਚੇ ਦੀ ਅਗਵਾਈ ਉਹਨਾਂ ਨੇ ਕੀਤੀ ਆ। ਤੇ ਇੱਥੋਂ ਜਿਹੜਾ ਕਾਫਲਾ ਉਹਦੀ ਵੀ ਗੁਰੂ ਸਾਹਿਬ ਨੇ ਅਗਵਾਈ ਕਰਨੀ ਆ ਪੰਜਾਂ ਪਿਆਰਿਆਂ ਨੇ। ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵਾਸਤੇ ਇੱਕ ਜਿਹੜੀ ਗੱਡੀ ਆ ਉਹ ਤਿਆਰ ਕੀਤੀ ਗਈ ਆ, ਜਾ ਰਹੀ ਆ। ਉਹਦੇ ਵਿੱਚ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਮੁਖੀ ਸਾਹਿਬਾਨ, ਉਸ ਤੋਂ ਪਿੱਛੇ ਪਾਲਕੀ ਸਾਹਿਬ ਤੋਂ ਕੀਰਤਨ ਵਾਲੀ, ਫਿਰ ਉਹਦੇ ਪਿੱਛੇ ਨਿਹੰਗ ਸਿੰਘ ਫੌਜਾਂ ਦੀ ਗੱਡੀ ਜਾਊਗੀ। ਤੇ ਉਸ ਤੋਂ ਬਾਅਦ ਹੋਰ ਜਿਵੇਂ ਇੱਥੇ ਜਿਹੜੇ ਮੋਰਚੇ ਦੇ ਵਿੱਚ ਬਿਰਾਜਮਾਨ ਨੇ ਉਹ ਸਾਰੇ ਪਿੱਛੇ ਉਹ ਨਗਰ ਕੀਰਤਨ ਅਸੀਂ ਹਾਂਜੀ, ਅਸੀਂ ਸਾਰੇ ਸਮੁੱਚੇ ਕਿਸਾਨ ਸੰਯੁਕਤ ਮੋਰਚਾ ਉਹਨਾਂ ਨੂੰ ਵੀ ਅਪੀਲ ਕੀਤੀ ਆ ਉਸ ਦਿਨ, ਜਿਸ ਦਿਨ ਆਪਣੇ ਗੁਰੂ ਸਾਹਿਬ ਦਾ ਇੱਥੇ ਪ੍ਰੋਗਰਾਮ ਕੀਤਾ ਗਿਆ 20 ਤਰੀਕ ਨੂੰ। ਉੱਥੇ ਮੈਂ ਬੋਲ ਕੇ ਆਇਆ ਸਟੇਜ ਦੇ ਉੱਤੇ ਵੀ ਸਮੁੱਚੇ ਕਿਸਾਨ ਜਿਹੜਾ ਸੰਯੁਕਤ ਮੋਰਚਾ ਅਸੀਂ ਉਹਨਾਂ ਨੂੰ ਵੀ ਅਪੀਲ ਕਰ ਤੁਸੀਂ ਵੀ ਜਾਓ, ਕਿਉਂਕਿ ਅਸੀਂ ਸਤਿਗੁਰੂ ਦੇ ਸ਼ੁਕਰਾਨਾ ਕਰਨਾ। ਗੁਰੂ ਸਾਹਿਬ ਦਾ ਬਹੁਤ ਵੱਡਾ ਇਹ ਜਿਹੜਾ ਮੋਰਚਾ ਸੀਗਾ, ਇੱਕ ਪੰਜਾਬ ਤੋਂ ਉੱਠ ਕੇ ਹਰਿਆਣੇ ਦੇ ਵਿੱਚ, ਆਪਣੇ ਰਾਜਸਥਾਨ ਦੇ ਵਿੱਚ ਹੁੰਦਾ ਹੋਇਆ ਯੂਪੀ, ਪੂਰੇ ਭਾਰਤ ਦੇ ਵਿੱਚ, ਭਾਰਤ ਤੋਂ ਉੱਪਰ ਉੱਠ ਕੇ ਪੂਰੇ ਵਰਲਡ ਦੇ ਵਿੱਚ ਇਹ ਮੋਰਚਾ ਦੇਖੋ ਗਿਆ। ਇੱਕ ਸਾਲ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਆਏ ਨੇ। ਦੇਖੋ ਜਦੋਂ ਮੋਰਚੇ ਲੱਗਦੇ ਨੇ ਫਿਰ ਸ਼ਹੀਦੀਆਂ ਵੀ ਹੁੰਦੀਆਂ ਨੇ, ਫਿਰ ਜੇਲ੍ਹਾਂ ਵੀ ਹੁੰਦੀਆਂ ਨੇ, ਪਰਚੇ ਦਰਜ ਵੀ ਹੁੰਦੇ ਨੇ, ਬਹੁਤ ਕੁਝ ਦੇਖਣਾ ਪੈਂਦਾ। ਇਸ ਮੋਰਚੇ ਦੌਰਾਨ ਸ਼ਹੀਦੀਆਂ ਵੀ ਹੋਈਆਂ ਨੇ, ਪਰਚੇ ਵੀ ਦਰਜ ਹੋਏ ਨੇ, ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ, ਜੇਲ੍ਹਾਂ ਵੀ ਹੋਈਆਂ ਨੇ, ਸਾਰਾ ਕੁਝ ਹੀ ਹੋਇਆ। ਅਸੀਂ ਇੱਥੇ ਬੈਠ ਕੇ ਆਪਦੇ ਪਿੰਡਾਂ ਤੇ ਝੱਲਿਆ, ਇਹ ਹੱਡੀ ਹੰਡਾਇਆ ਇੱਥੇ ਸਾਲ ਦੇ ਵਿੱਚ, ਬਹੁਤ ਉਤਰਾਅ ਚੜ੍ਹਾਏ ਨੇ। ਤੇ ਫਿਰ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਅਸੀਂ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਾਂਗੇ ਵੀ ਆਓ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਇਹ ਦੁਬਾਰਾ ਫਿਰ ਸਾਡੀ ਝੋਲੀ ਦੇ ਵਿੱਚ ਪਾਈ ਆ। ਤੇ ਇਹ ਖਾਲਸਾ ਪੰਥ ਨੇ, ਕਈ ਇਤਿਹਾਸਕਾਰ 19 ਵਾਰੀ ਲਿਖਦੇ ਨੇ, ਕਈ ਇਤਿਹਾਸਕਾਰ ਨੇ 17 ਵਾਰੀ ਵੀ ਲਿਖੀ ਆ ਵੀ ਜਿੱਤੀ ਆ ਦਿੱਲੀ, ਪਰ ਚਾਹੇ 17 ਵਾਰ ਜਿੱਤੀ ਤੇ 20 ਵਾਰੀ ਜਿੱਤੀ ਆ, ਹੁਣ ਖਾਲਸੇ ਨੇ 20ਵੀਂ ਵਾਰੀ ਇੱਕ ਵਾਰ ਫੇਰ ਇਹ ਜਿਹੜੀ ਦਿੱਲੀ ਆ ਫਤਿਹ ਕੀਤੀ ਆ ਚੜ੍ਹਦੀ ਕਲਾ ਦੇ ਨਾਲ। ਜਿੰਨਾ ਇਹ ਮੋਰਚਾ ਚੜ੍ਹਦੀ ਕਲਾ ਦਾ ਨਾਲ ਲੱਗਿਆ, ਸ਼ਹੀਦੀਆਂ ਹੋਈਆਂ ਨੇ, ਉਨੀ ਸ਼ਾਨਦਾਰ ਇਹਨੇ ਜਿੱਤ ਪ੍ਰਾਪਤ ਕੀਤੀ ਹੈ। ਬਾਬਾ ਜੀ ਜਿਵੇਂ ਜਥੇਦਾਰ ਬਘੇਲ ਸਿੰਘ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਖਾਲਸਾ ਫੌਜਾਂ ਦੇ ਸਮੇਂ ਜਾਂ ਉਸ ਤੋਂ ਬਾਅਦ ਜਿੰਨੀ ਵਾਰੀ ਵੀ ਦਿੱਲੀ ਜਿੱਤੀ ਆ ਉੱਥੇ ਸ਼ਹਾਦਤਾਂ ਹੋਈਆਂ ਨੇ ਜਾਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਕੁਰਬਾਨੀਆਂ ਹੋਈਆਂ ਨੇ, ਉਹਨਾਂ ਦੀ ਕਿਤੇ ਨਾ ਕਿਤੇ ਪੰਥ ਨੇ ਯਾਦਗਾਰ ਉਸਾਰੀ ਆ। ਸਾਡਾ ਇਹ ਸਵਾਲ ਆ ਕਿ ਇਹ ਸਿੰਘੂ ਬਾਰਡਰ ਦੇ ਉੱਤੇ ਇੱਕ ਇਤਿਹਾਸ ਸਿਰਜਿਆ ਗਿਆ, ਇਸ ਸਦੀ ਦਾ ਸਭ ਤੋਂ ਲੰਮਾ ਤੇ ਪੂਰੀ ਦੁਨੀਆ ਦੇ ਵਿੱਚ ਇਹ ਸੰਘਰਸ਼ ਦੀ ਜਿਹੜੀ ਧਾਂਕ ਪਈ ਆ, ਇਹ ਹੱਦਾਂ ਬਨੇ ਟੱਪ ਗਿਆ ਸੰਘਰਸ਼ ਤੇ ਇਹਦੇ ਤੇ ਬਹੁਤ ਜ਼ਿਆਦੀਆਂ ਕੁਰਬਾਨੀਆਂ ਹੋਈਆਂ ਨੇ ਇਸ ਸੰਘਰਸ਼ ਲਈ। ਇਹਦੀ ਕੋਈ ਯਾਦਗਾਰ ਜਾਂ ਇਹਦਾ ਕੋਈ ਇਦਾਂ ਦਾ ਪੰਥ ਵੱਲੋਂ ਕੋਈ ਉਲੀਕੀ ਗਈ ਆ? ਦੇਖੋ, ਅਸੀਂ ਸਾਰੇ ਸਮੁੱਚੇ ਪੰਥ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਗੱਲਾਂ ਹੋ ਰਹੀਆਂ, ਵਚਨ ਹੋ ਰਹੇ ਨੇ ਜਥੇਬੰਦੀਆਂ ਨਾਲ, ਸਾਰਿਆਂ ਦਾ ਹਾਂ ਪੱਕੀ ਹੁੰਗਾਰਾ ਮਿਲ ਰਿਹਾ। ਇੱਥੇ ਜਿਹੜਾ ਦੇਖੋ ਇਹ ਫਰਜ਼ ਬਣਦਾ, ਜਦੋਂ ਵੀ ਜੰਗ ਜਿੱਤੀ ਜਾਂਦੀ ਹੈ, ਜਿੱਥੇ ਜੰਗ ਲੜਿਆ ਜਾਂਦਾ ਹੋਵੇ, ਜਿੱਤਿਆ ਜਾਂਦਾ ਹੋਵੇ, ਆਪਾਂ ਦੇਖੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਲੜੇ ਗਏ ਜੰਗ, ਤੇ ਜਿੱਥੇ ਵੀ ਜੰਗਾਂ ਹੋਈਆਂ ਉੱਥੇ ਇਤਿਹਾਸਕ ਜਿਹੜੇ ਸਿਰਜੇ ਗਏ ਨੇ, ਘੱਲੂਘਾਰੇ ਕੁੱਪਰ ਹੀੜੇ ਦੇ ਵਿੱਚ ਜੇ ਉਹ ਜੰਗ ਲੜਿਆ, ਉੱਥੋਂ ਨਾਦਰ ਸ਼ਾਹ ਨੂੰ ਭਜਾਇਆ, ਉੱਥੇ 35,000 ਸਿੰਘ ਸ਼ਹੀਦ ਹੋਇਆ। ਉੱਥੇ ਦੇਖੋ ਉਹਨਾਂ ਦੀ ਸਮਾਰਕ ਕਿੱਡੀ ਉਸਾਰੀ ਹੈ ਸਰਕਾਰ ਵੱਲੋਂ, ਉੱਥੇ ਗੁਰੂ ਘਰ ਵੀ ਬਣੇ ਨੇ, ਤੇ ਇੱਥੇ ਵੀ ਸ਼ਹਾਦਤਾਂ ਹੋਈਆਂ ਨੇ। ਕਿੰਨੇ ਕਿਸਾਨ ਸ਼ਹੀਦ ਹੋਏ ਨੇ ਇੱਥੇ,
ਉਹਨਾਂ ਦੀ ਇੱਥੇ ਇੱਕ ਸਮਾਰਕ ਯਾਦਗਾਰ ਬਣਾਈ ਜਾਊ। ਇੱਕ ਅਜਾਇਬ ਘਰ ਵੀ ਜਿੱਥੇ ਉਹਨਾਂ ਦੀ ਤਸਵੀਰ ਕੱਲੇ ਕੱਲੇ ਦੀ ਤਸਵੀਰ ਲੱਗੂਗੀ। ਜਿਹੜਾ ਵੀ ਇੱਥੇ ਕਿਸਾਨ, ਨੌਜਵਾਨ, ਬੀਬੀ ਸ਼ਹੀਦ ਹੋਈ ਆ, ਉਹਨਾਂ ਸਭ ਦੀਆਂ ਉੱਥੇ ਤਸਵੀਰਾਂ ਲਾਈਆਂ ਜਾਣਗੀਆਂ। ਤੁਸੀਂ ਬਣਾਓਗੇ, ਸਰਕਾਰ ਬਣਾਊਗੀ, ਐਸਕੇਐਮ ਬਣਾਊਗਾ ਜੀ? ਬਣਾਊ ਕੌਣ? ਦੇਖੋ ਇਹ ਪੰਥ ਵੱਲੋਂ ਬਣਾਈ ਜਾਊਗੀ ਜੀ, ਖਾਲਸਾ ਪੰਥ ਵੱਲੋਂ ਖਾਲਸਾ ਪੰਥ ਵੱਲੋਂ ਇਹਦੀ ਉਸਾਰੀ ਕੀਤੀ ਜਾਊਗੀ। ਤੇ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕੇ ਇੱਥੇ ਜ਼ਰੂਰ ਇਹ ਸਮਾਰਕ ਬਣੂਗਾ। ਬਾਕੀ ਜਿਹਨੇ ਸਹਿਯੋਗ ਕਰਨਾ ਉਹਨਾਂ ਦੀ ਮਰਜ਼ੀ ਆ, ਹੋਣੀ ਚਾਹੀਦੀ ਹੈ। ਢੁਕਵਾਂ ਸਮਾਂ ਇੱਥੇ ਇੰਨਾ ਚਿਰ ਬੈਠਿਆਂ ਸੀ, ਉਹਨਾਂ ਦਾ ਜ਼ਰੂਰ ਯਾਦਗਾਰ ਬਣਨੀ ਚਾਹੀਦੀ। ਜਿਵੇਂ ਬਾਬਾ ਜੀ ਕਿਸਾਨ ਜਥੇਬੰਦੀਆਂ ਵੱਲੋਂ ਵੱਖਰੇ ਵੱਖਰੇ ਬਿਆਨ ਨੇ ਕਿ ਕੋਈ ਕਹਿੰਦਾ ਕਿ ਉਹ ਜਿਹੜੇ ਕਾਨੂੰਨ ਨੇ ਉਹ ਜਦੋਂ ਰੱਦ ਹੋ ਜਾਣਗੇ, ਜਿਵੇਂ ਤੁਹਾਡਾ ਕਹਿਣਾ ਕਿ ਜਦੋਂ ਕਾਨੂੰਨ ਰੱਦ ਹੋ ਗਏ, ਕਾਨੂੰਨੀ ਪ੍ਰਕਿਰਿਆ ਜਦੋਂ ਸਾਡੇ ਸਾਹਮਣੇ ਆ ਗਈ, ਉਸ ਤੋਂ ਬਾਅਦ ਖਾਲਸਾ ਪੰਥ ਇੱਥੋਂ ਨਗਾਰੇ ਵਜਾਉਂਦਾ ਹੋਇਆ ਵਾਪਸੀ ਕਰੂਗਾ। ਜੇ ਕਿਸਾਨ ਜਥੇਬੰਦੀਆਂ ਕੋਈ ਹੋਰ ਫੈਸਲਾ ਲੈਂਦੀਆਂ ਨੇ ਤੇ ਤੁਹਾਡਾ ਉੱਥੇ ਕੀ ਸਟੈਂਡ ਹੋਊਗਾ? ਦੇਖੋ ਇਹ ਜਦੋਂ ਜਿੱਤ ਦਾ 3 ਕਾਨੂੰਨਾਂ ਵਾਸਤੇ ਮੋਰਚਾ ਲੱਗਿਆ ਸੀਗਾ, ਪਹਿਲਾਂ ਵੀ ਅਸੀਂ 3 ਕਾਨੂੰਨ ਰੱਦ ਕਰਾਉਣੇ ਨੇ, ਕੋਈ ਸੋਧ ਨਹੀਂ ਕਰਨੀ, ਹੋਰ ਕੁਝ ਨਹੀਂ ਕਰਨਾ ਹੈਗਾ। ਉਹ 3 ਕਾਨੂੰਨਾਂ ਦਾ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਇਹ ਰੱਦ ਕਰਾਂਗੇ। ਜਦੋਂ 3 ਕਾਨੂੰਨ ਰੱਦ ਹੋ ਗਏ, ਜਿਹੜੇ ਐਮਐਸਪੀ ਦੀ ਗਰੰਟੀ ਚੱਲਦੀ ਆ ਉਹ ਤਾਂ ਹੈਗੀ ਹੋਈ ਆ, ਬਾਕੀ ਉਹ ਵੀ ਕਰ ਦੇਣੀ ਆ। ਫਿਰ ਤਾਂ ਰਹੀ ਕੱਖ ਮਗਰ ਰਿਹਾ ਹੀ ਨਹੀਂ ਕੁਛ। ਤੇ ਅਸੀਂ 3 ਸਾਰਿਆਂ ਨੂੰ ਇਹੀ ਜਿਹੜੀ ਮਰਜ਼ੀ ਮੇਰੀ ਸਟੇਟਮੈਂਟ ਕੱਢ ਕੇ ਦੇਖ ਲਓ, ਇਹੀ ਬੋਲਿਆ ਸੀ ਵੀ ਜਦ ਤੱਕ 3 ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਇੱਥੋਂ ਪਛਾਣ ਨਹੀਂ ਮੁੜਨਾ। ਅੱਜ ਸਰਕਾਰ ਲਿਖਤੀ ਰੂਪ ਦੇ ਵਿੱਚ ਜਦੋਂ ਵੀ ਦਿੰਦੀ ਆ, ਅਸੀਂ ਸਤਿਗੁਰੂ ਦਾ ਸ਼ੁਕਰਾਨਾ ਕਰਕੇ ਇੱਥੋਂ ਉਦੋਂ ਹੀ ਇਹ ਵਾਪਸ ਖਾਲਸਾ ਆਪਦੀ ਧਰਤੀ ਤੇ ਜਾਊਗਾ। ਜਿਹੜੇ ਐਮਐਸਪੀ ਦੀ ਗੱਲ ਆ, ਜਿਵੇਂ ਕਿਸਾਨ ਲੀਡਰ ਕਹਿ ਰਹੇ ਆ ਕਿ ਐਮਐਸਪੀ ਦੀ ਗਰੰਟੀ ਦੀ ਵੀ ਸਾਨੂੰ ਲੋੜ ਹੈ, ਉਹ ਵੀ ਇੱਕ ਮੰਗ ਆ, ਉਦੋਂ ਤੱਕ ਅਸੀਂ ਬੈਠੇ ਰਹਾਂਗੇ। ਤੁਹਾਡਾ ਕੀ? ਦੇਖੋ ਐਮਐਸਪੀ ਪਹਿਲਾਂ ਤਾਂ ਚੱਲਦੀ ਹੋਈ ਆ, ਐਮਐਸਪੀ ਦਾ ਐਡਾ ਹੈ ਨਹੀਂ, ਤੇ ਅਸੀਂ ਕਹਿੰਦੇ ਇਕੱਲੀ ਐਮਐਸਪੀ ਨਹੀਂ। ਦੇਖੋ ਇਹ ਵੀ ਜਿਹੜਾ ਕਾਨੂੰਨ ਬਣੂਗਾ, ਇਹਨਾਂ ਨੇ ਪ੍ਰਧਾਨ ਮੰਤਰੀ ਨੇ ਬੋਲਿਆ ਜਦੋਂ ਉਹਨੇ 3 ਰੱਦ ਕਾਨੂੰਨ ਕਰਤੇ ਆ, ਇਹ ਵੀ ਮਗਰ ਨਹੀਂ ਰਹਿਣੀ ਗੱਲ। ਇਹ ਵੀ ਉਹ ਕਹਿੰਦੇ ਸੀ ਕਮੇਟੀ ਕੀ ਬਣਾਉਣਗੇ, ਉਹ ਸਾਰਾ ਕੁਝ ਚੱਲਦੀ ਆ ਪ੍ਰਕਿਰਿਆ। ਜਿਹੜੇ ਕਹਿੰਦੇ ਸੀ ਵੀ ਅਸੀਂ ਇਹ ਕਾਨੂੰਨ ਕਿਸੇ ਹਰ ਹਾਲਤ 'ਚ ਨਹੀਂ ਲੈਂਦੇ, ਕੁਛ ਹੋ ਜੇ, ਸੂਰਜ ਇਧਰੋਂ ਚੜ ਸਕਦਾ, ਕਾਨੂੰਨ ਵਾਪਸ ਨਹੀਂ ਹੋ ਸਕਦੇ। ਇਹ ਕੁਛ ਹੋ ਜੇ ਸੇ ਵਾਪਸ ਕਦੇ ਝੁਕੀ ਹੀ ਨਹੀਂ ਸਰਕਾਰ, ਉਹ ਵੀ ਗੁਰੂ ਨੇ ਕਿਰਪਾ ਕਰਤੀ। ਉਹ ਵੀ ਦੇਖ ਲਓ 3 ਕਾਨੂੰਨ ਉਹਨੇ ਰੱਦ ਕਰਤੇ। ਹਜੇ ਵਿੱਚ ਸਾਡੇ ਕਈ ਵਿਚੋਲੇ ਪੈਂਦੇ ਜਿਹੜੇ ਕਹਿੰਦੇ ਸੀ ਵੀ 2 ਰੱਦ ਕਰਾਂਗੇ, ਇੱਕ ਹਜੇ ਸੋਧ ਕਰਾ ਲਾਂਗੇ। ਇਸ ਕਰਕੇ 3 ਕਾਨੂੰਨ ਰੱਦ ਹੋਏ ਨੇ, ਉਹ ਸਾਰਾ ਕੁਝ ਕਰ ਦੇਣਾ ਉਹਨਾਂ ਨੇ। ਜਦੋਂ ਪ੍ਰਕਿਰਿਆ ਸ਼ੁਰੂ ਹੋ ਗਈ, ਲਿਖਤੀ ਰੂਪ ਦੇ ਵਿੱਚ ਆ ਗਿਆ, ਉਦੋਂ ਤੱਕ ਅਸੀਂ ਬੈਠੇ ਹਾਂ। ਉਹਨਾਂ ਤੱਕ ਸਾਡਾ ਖਾਲਸਾ ਪੰਥ ਦਾ ਹੀ ਐਲਾਨ ਸੀਗਾ, ਅਸੀਂ ਕਿਸਾਨਾਂ ਦੀ ਢਾਲ ਬਣ ਕੇ ਬੈਠੇ ਹਾਂ। ਫਿਰ ਉਸ ਤੋਂ ਬਾਅਦ ਜੇ ਕੋਈ ਪ੍ਰਕਿਰਿਆ ਸ਼ੁਰੂ ਹੋਊਗੀ, ਜੇ ਕੋਈ ਸਾਨੂੰ, ਦੇਖੋ ਇਹ ਮਜ਼ਲੂਮਾਂ ਦੇ ਪ੍ਰਤੀ ਲੜਦਾ ਖਾਲਸਾ ਪੰਥ ਆਇਆ ਦੇ, ਜੇ ਕੋਈ ਫਿਰ ਮੋਰਚਾ ਫੇਰ ਗਾਹਾਂ ਲੱਗਦਾ, ਜਦੋਂ ਕੋਈ ਸਾਨੂੰ ਯਾਦ ਕਰੂਗਾ, ਬੁਲਾਊਗਾ, ਅਸੀਂ ਜ਼ਰੂਰ ਉਹਦੀ ਸਹਾਇਤਾ ਵਾਸਤੇ ਪਹੁੰਚਾਂਗੇ। ਤੇ ਫਿਲਹਾਲ ਤਾਂ ਜਿਹੜੇ ਰੱਦ ਹੋਏ ਆ, ਦੇਖੋ ਅਸੀਂ ਬਚਦਾ ਵਜ਼ਨ ਪਗਾ ਰਹੇ ਹਾਂ। ਲਿਖਤੀ ਰੂਪ ਦੇ ਵਿੱਚ ਆ ਗਿਆ, ਖਾਲਸਾ ਪੰਥ ਸ਼ੁਕਰਾਨਾ ਕਰਕੇ ਗੁਰੂ ਸਾਹਿਬ ਦਾ ਸਚਾਲਾ ਪਾਊਗਾ। ਜਿਵੇਂ ਸੰਗਤ ਦਾ ਹੁਕਮ ਹੋਊਗਾ, ਸਿਰ ਮੱਥੇ ਮੰਨਾਂਗੇ, ਸਾਰੇ ਪੰਥ ਦਾ ਜੋ ਫੈਸਲਾ ਹੋਊਗਾ। ਜੇ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਬੈਠਦੀਆਂ ਨੇ, ਐਮਐਸਪੀ ਦੀ ਗੱਲ ਕਰ ਰਹੀਆਂ ਨੇ, ਜਾਂ ਹੋਰ ਜਿਹੜੇ ਪਰਚੇ ਦਰਜ ਹੋਏ ਨੇ, ਉਦੋਂ ਤੱਕ ਬੈਠੋਗੇ ਫਿਰ ਤੁਸੀਂ? ਦੇਖੋ ਪਰਚੇ ਦਰਜ ਤਾਂ ਜਿਹੜੇ ਅਸੀਂ ਵੀ ਕਹਿੰਦੇ ਵੀ ਜਿਹਨਾਂ ਕਿਸਾਨਾਂ ਦੇ ਉੱਤੇ ਜਾਂ ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਉਹਦੇ ਵਿੱਚ ਬਣਾਇਆ ਗਿਆ, 26 ਜਨਵਰੀ ਦਾ ਜਿਹੜਾ ਤੁਸੀਂ ਦੇਖਿਆ ਉੱਥੇ ਵਰਤਾਰਾ ਵਰਤਿਆ, ਜਿੰਨੇ ਵੀ ਉਹ ਪਰਚੇ ਹੋਏ ਨੇ ਬਿਨਾਂ ਸ਼ਰਤ, ਜਦੋਂ ਇਹ ਕਾਨੂੰਨ ਹੀ ਸਰਕਾਰ ਨੇ ਰੱਦ ਕਰਤੇ ਸੀ, ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗੇ ਵੀ ਉਹ ਪਰਚੇ ਵੀ ਬਿਲਕੁਲ ਰੱਦ ਹੋਣੇ ਚਾਹੀਦੇ ਨੇ। ਉਹ ਰੱਦ ਕਰੋ ਨਾਲ ਦੀ ਨਾਲ, ਤਾਂ ਕਿ ਅਸੀਂ ਇੱਥੋਂ ਬੇਚਿੰਤ ਹੋ ਕੇ, ਨਿਸ਼ਚਿੰਤ ਹੋ ਕੇ ਇੱਥੋਂ ਵਾਪਸ ਜਾਈਏ। ਹੁਣ ਕੋਈ ਗੱਲ ਰਹਿ ਹੀ ਨਾ ਜਾਵੇ, ਜਿਹੜੀ ਮਾੜੀ ਮੋਟੀ ਹੈਗੀ ਆ ਉਹ ਵੀ ਪ੍ਰਧਾਨ ਮੰਤਰੀ ਨੂੰ ਅਸੀਂ ਅਪੀਲ ਕਰਦੇ ਹਾਂ ਚੈਨਲਾਂ ਰਾਹੀਂ ਕਿ ਉਹ ਵੀ ਹੁਣ ਕਸਰਾਂ ਕੱਢ ਹੀ ਦਿਓ। ਜਦੋਂ ਇਹ ਏਡੇ ਵੱਡੇ ਹੋ ਗਏ ਤੇ ਇਹ ਤਾਂ ਗੱਲ ਹੀ ਕੁਛ ਨਹੀਂ, ਤੇ ਸਾਨੂੰ ਹੋਣਾ ਚਾਹੀਦਾ ਐਮਐਸਪੀ ਤੇ ਵੀ ਇਹ ਗਰੰਟੀ, ਤੇ ਉਹ ਕਰ ਹੀ ਦੇਣੀ ਉਹਨਾਂ ਨੇ। ਉਹਨਾਂ ਦੀ ਮੀਟਿੰਗ ਚੱਲ ਰਹੀ, ਉਹ ਆਪ ਜੀ ਨੂੰ ਸਾਰਾ ਪਤਾ ਲੱਗ ਜਾਣਾ। ਜਦੋਂ ਵੀ ਕਾਨੂੰਨੀ ਪ੍ਰਕਿਰਿਆ ਤੁਹਾਨੂੰ ਦੱਸਤਾ ਵੀ ਜਦੋਂ ਵੀ ਲਿਖਤੀ ਰੂਪ ਦੇ ਵਿੱਚ ਆਉਂਦਾ ਰੱਦ ਕਰਨ ਦਾ ਮਸਲਾ, ਉਸ ਤੋਂ ਬਾਅਦ ਅਸੀਂ ਜ਼ਰੂਰ ਸਤਿਗੁਰਾਂ ਦਾ ਸ਼ੁਕਰਾਨਾ ਕਰਕੇ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਬਾਬਾ ਜੀ ਹੁਣਾਂ ਨੇ ਲਗਭਗ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ, ਕਹਿ ਹੀ ਦਿੱਤੀਆਂ, ਪਰ ਫਿਰ ਵੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜਾ
ਜਿਹੜੀਆਂ ਪੰਥਕ ਜਥੇਬੰਦੀਆਂ ਜਾਂ ਪੰਥਕ ਧਿਰਾਂ ਇੱਥੇ ਬੈਠੀਆਂ ਸੀ, ਅਸੀਂ 7 ਮਾਰਚ ਨੂੰ ਇੱਥੇ ਇੱਕ ਅਸੀਂ ਅਰਦਾਸ ਦਿਵਸ ਮਨਾਇਆ ਸੀਗਾ ਤੇ ਉਹਦੇ ਵਿੱਚ ਅਸੀਂ ਬਿਲਕੁਲ ਕਲੀਅਰ ਕੀਤਾ ਸੀਗਾ ਵੀ ਅਸੀਂ ਕੋਈ ਧਿਰ ਨਹੀਂ ਹੈਗੇ, ਅਸੀਂ ਸਹਿਯੋਗੀ ਹਾਂ। ਔਰ ਜਿੱਦਣ ਸਰਕਾਰ ਇਹ 3 ਕਾਲੇ ਕਾਨੂੰਨ ਰੱਦ ਕਰ ਦੂਗੀ, ਵਾਪਸ ਲੈ ਲੂਗੀ ਤੇ ਅਸੀਂ ਵਾਪਸ ਚਲੇ ਜਾਵਾਂਗੇ। ਹੁਣ ਅਸੀਂ ਸਾਡਾ ਜਿਹੜਾ ਟੀਚਾ ਸੀ ਉਹ ਪੂਰਾ ਹੋ ਗਿਆ। ਸਰਕਾਰ ਨੇ ਕਾਨੂੰਨ ਰੱਦ ਕਰਨ ਦੀ ਐਲਾਨ ਕਰ ਦਿੱਤਾ ਹੈ। ਪਾਰਲੀਮੈਂਟ ਵਿੱਚ ਜਿੱਦਣ ਵੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਫਿਰ ਪੰਥਕ ਜਥੇਬੰਦੀਆਂ ਦਾ ਇੱਥੇ ਬੈਠਣਾ ਸਾਡਾ ਕੋਈ ਨਹੀਂ ਰਹਿ ਜਾਂਦਾ ਇੱਥੇ ਵੀ ਅਸੀਂ ਇੱਥੇ ਬੈਠੇ ਫਿਰ ਵੀ ਬੈਠੇ ਰਹੀਏ। ਹਾਂ, ਜੇ ਕੋਈ ਅਸੀਂ ਤਾਂ ਮਜ਼ਲੂਮਾਂ ਦੇ ਨਾਲ ਖੜੇ ਹਾਂ। ਜਿਹੜੀ ਤੁਸੀਂ MSP ਦੀ ਗੱਲ ਕਰਦੇ ਹੋ, MSP ਲਈ ਕੋਈ ਧਿਰ ਲੜਦੀ ਹੈ, ਕੋਈ ਉਸ ਵਾਸਤੇ ਬੈਠਦੀ ਹੈ ਔਰ ਜੇ ਉਹ ਸਾਨੂੰ ਸੱਦਾ ਦਿੰਦੀ ਹੈ, ਆਵਾਜ਼ ਮਾਰਦੀ ਆ ਵੀ ਅਸੀਂ ਬੈਠੇ ਹਾਂ, ਤੁਸੀਂ ਸਾਡੇ ਨਾਲ ਆਓ, ਤੇ ਅਸੀਂ ਉਹਨਾਂ ਦਾ ਸਹਿਯੋਗੀ ਜਿਵੇਂ ਅਸੀਂ ਪਹਿਲਾਂ ਸੀ ਅਸੀਂ ਫਿਰ ਵੀ ਸਹਿਯੋਗੀ ਬਣ ਕੇ ਆਵਾਂਗੇ। ਪਰ ਫਿਲਹਾਲ ਅਸੀਂ ਜਿਹੜੇ 3 ਕਾਨੂੰਨ ਰੱਦ ਹੋ ਗਏ ਆ, ਇਸ ਤੋਂ ਬਾਅਦ ਸਾਡਾ ਬੈਠਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਅਸੀਂ ਵਾਪਸ ਚਲੇ ਜਾਵਾਂਗੇ। ਇਹ ਬਿਲਕੁਲ ਕਲੀਅਰ ਗੱਲ ਹੈ ਕਿ ਪੰਥਕ ਜਥੇਬੰਦੀਆਂ ਨੇ ਸਾਰੀਆਂ ਨੇ ਆਪਸ ਵਿੱਚ ਬੈਠ ਕੇ ਫੈਸਲਾ ਲਿਆ ਹੈ। ਫੈਸਲਾ ਐਵੇਂ ਨਹੀਂ ਲੈ ਲਿਆ ਵੀ ਅਸੀਂ ਹੁਣ ਨਵੀਂ ਕੋਈ ਗੱਲ ਆਈ ਹੈ ਤਾਂ ਫੈਸਲਾ ਲੈ ਲਿਆ। ਅਸੀਂ ਆਏ ਹੀ ਇਸੇ ਕੰਮ ਵਾਸਤੇ ਸੀ। ਅਸੀਂ ਤੇ 3 ਕਾਨੂੰਨਾਂ ਨੂੰ ਵਾਪਸ ਕਰਾਉਣ ਆਏ ਸੀ ਔਰ ਵਾਪਸ ਕਰਾਉਣ ਜਥੇਬੰਦੀਆਂ ਆਈਆਂ ਸੀ, ਅਸੀਂ ਉਹਨਾਂ ਦੇ ਸਹਿਯੋਗੀ ਦੇ ਤੌਰ ਤੇ ਆਏ ਸੀ। ਪਰ ਸਾਡਾ ਟੀਚਾ ਇਹ ਸੀ ਵੀ ਜਿੱਦਣ ਇਹ ਕਾਲੇ ਕਾਨੂੰਨ ਵਾਪਸ ਹੋ ਜਾਣਗੇ ਪੰਥ ਉਦੋਂ ਵਾਪਸ ਚਲਾ ਜਾਏਗਾ। ਇਸ ਲਈ ਅਸੀਂ ਉਸ ਦਿਨ ਵਾਪਸ ਚਲੇ ਜਾਵਾਂਗੇ ਜਿੱਦਣ ਵੀ ਪਾਰਲੀਮੈਂਟ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਆ, ਰਾਸ਼ਟਰਪਤੀ ਦੀ ਮੋਹਰ ਲੱਗ ਜਾਂਦੀ ਆ। ਮੋਹਰ ਲੱਗਣ ਤੋਂ ਬਾਅਦ ਇਹ ਸਾਡੇ ਹੱਥ ਆ ਜਾਂਦਾ ਹੈ ਸਾਰਾ ਕੁਝ, ਤੇ ਉਦੋਂ ਬਾਅਦ ਸਾਡਾ ਜਿਹੜਾ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ ਦਿਨ ਚੁਣਿਆ ਉਹ ਖਾਲਸਾ ਪੰਥ ਨੂੰ ਮੁਖਾਤਬ ਹੋਏ ਆ। ਇਹ ਜਿੱਤ ਉਹਨਾਂ ਨੇ ਖਾਲਸਾ ਪੰਥ ਦੀ ਝੋਲੀ 'ਚ ਪਾਈ ਹੈ। ਇਸ ਲਈ ਖਾਲਸਾ ਪੰਥ ਦੀ ਝੋਲੀ ਵਿੱਚ ਪਈ ਹੋਈ ਜਿੱਤ ਜਿਹੜੀ ਆ, ਖਾਲਸਾ ਪੰਥ ਉਸ ਜਿੱਤ ਨੂੰ ਲੈ ਕੇ ਉਸ ਅਕਾਲ ਪੁਰਖ ਦੇ, ਉਸ ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਰੱਖਣੀ ਹੈ। ਸਾਡੀ ਡਿਊਟੀ ਹੈ ਵੀ ਜਿਹੜੀ ਜਿੱਤ ਖਾਲਸੇ ਪੰਥ ਦੀ ਝੋਲੀ ਵਿੱਚ ਪਈ ਹੈ, ਖਾਲਸਾ ਪੰਥ ਉਸ ਨੂੰ ਮਹਾਰਾਜ ਦੀ ਅਮਾਨਤ ਸਮਝ ਕੇ ਲੈ ਕੇ ਜਾਵੇ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਸ ਨੂੰ ਜਿੱਤ ਨੂੰ ਜਿਹੜੀ ਉਹ ਸਮਰਪਿਤ ਕਰੇ। ਉਹ ਬਾਬਾ ਜੀ ਨੇ ਜਿਹੜਾ ਪ੍ਰੋਗਰਾਮ ਦੱਸਿਆ ਜਾਂ ਗਾਂ ਉਹ ਲਿਖਿਆ ਜਾਊਗਾ ਵੀ ਅਸੀਂ ਜਿੱਦਣ ਇੱਥੋਂ ਚੱਲਾਂਗੇ ਉਹ ਪੂਰੇ ਸ਼ਾਨੋ ਸ਼ੌਕਤ ਨਾਲ, ਜਿਵੇਂ ਪਹਿਲਾਂ ਦਿੱਲੀ ਜਿੱਤ ਕੇ ਖਾਲਸਾ ਪੰਥ ਜਾਂਦਾ ਰਿਹਾ ਉਵੇਂ ਹੀ ਜਾਵਾਂਗੇ ਔਰ ਜਾਵਾਂਗੇ ਅਸੀਂ ਉੱਥੇ ਹੀ ਜਿੱਥੇ ਪਹਿਲਾਂ ਖਾਲਸਾ ਪੰਥ ਜਾਂਦਾ ਰਿਹਾ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਸ੍ਰੀ ਹਰਿਮੰਦਰ ਸਾਹਿਬ ਜਾਵਾਂਗੇ ਔਰ ਉੱਥੇ ਜਿਹੜੀ ਇਹ ਸਾਡੀ ਪੰਥ ਦੀ ਝੋਲੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ 'ਤੇ ਏਡੀ ਵੱਡੀ ਜਿੱਤ ਪਈ ਆ, ਅਸੀਂ ਉਸ ਜਿੱਤ ਨੂੰ ਮਹਾਰਾਜ ਦੇ ਚਰਨਾਂ ਵਿੱਚ ਰੱਖਾਂਗੇ। ਬਾਕੀ ਦੀਆਂ ਗੱਲਾਂ ਜਿਹੜੀਆਂ ਕੋਈ ਜਥੇਬੰਦੀਆਂ ਕਰਦੀਆਂ ਉਹਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈਗਾ। ਉਹ ਜੇ ਕੋਈ ਮੋਰਚਾ ਲਾਉਂਦੇ ਆ ਜਾਂ ਕੋਈ MSP ਤੇ ਲਾਉਂਦੇ ਆ ਜਾਂ ਕੋਈ ਕਰਦੇ ਆ, ਤੇ ਜੇ ਉਹ ਸਾਨੂੰ ਆਵਾਜ਼ ਮਾਰਦੇ ਆ ਵੀ ਅਸੀਂ ਮੋਰਚਾ ਲਾ ਲਿਆ ਹੈ ਜਾਂ ਦੇਸ਼ ਦਾ ਮੋਰਚਾ, ਇਹ ਦੇਸ਼ ਦੇ ਵਿੱਚੋਂ ਕੋਈ ਹੋਰ ਧਿਰਾਂ ਆਣ ਕੇ ਮੋਰਚਾ ਲਾਉਂਦੀਆਂ, ਉਹ ਸਾਨੂੰ ਆਵਾਜ਼ ਮਾਰਦੇ ਆ ਵੀ ਤੁਸੀਂ ਸਾਡਾ ਆਣ ਕੇ ਸਾਥ ਦਿਓ, ਤਾਂ ਅਸੀਂ ਜ਼ਰੂਰ ਦੇਵਾਂਗੇ। ਪਰ ਹੁਣ ਅਸੀਂ ਮਤਲਬ ਜਿਹੜਾ ਹੈ ਸਾਡਾ ਜਿਹੜਾ ਟਾਰਗੇਟ ਹੈ, ਸਾਡਾ ਜਿਹੜਾ ਪੰਥ ਦਾ ਟੀਚਾ ਸੀਗਾ, ਜਿਹੜਾ ਜਿਸ ਨਿਸ਼ਚੇ ਨਾਲ ਲੈ ਕੇ ਪੰਥ ਬੈਠਾ ਸੀ, ਉਹ ਪੂਰਾ ਹੋ ਚੁੱਕਿਆ। ਇਸ ਲਈ ਅਸੀਂ ਸਿਰਫ ਉਹ ਦਿਨ ਦੀ ਇੰਤਜ਼ਾਰ ਵਿੱਚ ਹਾਂ। ਉਸ ਤੋਂ ਬਾਅਦ ਅਸੀਂ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜਿਹੜਾ ਪ੍ਰਕਾਸ਼ ਕੀਤਾ ਜਾਏਗਾ, ਉਹਦਾ ਭੋਗ ਪਵਾਇਆ ਜਾਏਗਾ, ਸ਼ਹੀਦਾਂ ਨੂੰ ਉਸ ਦਿਨ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਉਸੇ ਜਹੋ ਜਲਾਲ ਨਾਲ, ਜਿਸ ਜਹੋ ਜਲਾਲ ਨਾਲ ਅਸੀਂ ਦਿੱਲੀ ਜਿੱਤ ਕੇ ਸਾਡੀਆਂ ਇਤਿਹਾਸ 'ਚ ਗਿਆ ਹੈ ਪੰਥ, ਉਸੇ ਜਹੋ ਜਲਾਲ ਨਾਲ ਪੰਥ ਵਾਪਸ ਜਾਏਗਾ ਔਰ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਵਿੱਚ ਇਹ ਹੋਏਗਾ ਸਾਰਾ ਕੁਝ। ਕਿਉਂਕਿ ਸਭ ਤੋਂ ਵੱਡੀ ਜੇ ਕੋਈ ਇਹ ਜਿੱਤ ਹੈ ਉਹ ਮੈਂ ਸਮਝਦਾ ਕਿ ਪੰਥਕ ਜਥੇਬੰਦੀਆਂ ਦੇ ਜਿਹੜੀ ਅਗਵਾਈ ਕੀਤੀ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ, ਇਹ ਉਹਨਾਂ ਦੇ ਹੀ ਸਿਰ ਸਿਰਾ ਜਾਂਦਾ ਹੈ ਔਰ ਉਹਨਾਂ ਦੀ ਅਗਵਾਈ 'ਚ ਹੀ ਪੰਥ ਜਾਏਗਾ। ਅਸੀਂ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਵਿੱਚ ਸਾਰਾ ਪੰਥ ਇਹਨਾਂ ਦੇ ਮਗਰ ਚੱਲੇਗਾ ਔਰ ਉਸ ਤੋਂ ਇਲਾਵਾ ਜਿਹੜਾ ਵੀ ਕੋਈ ਇਸ ਪੰਥ ਦੇ ਨਾਲ ਚੱਲਣਾ ਚਾਹੇਗਾ ਅਸੀਂ ਉਹਨੂੰ ਸਵਾਗਤ ਕਰਾਂਗੇ। ਉਹਨਾਂ ਦਾ ਅਸੀਂ ਕਹਾਂਗੇ ਕਿ ਆਓ ਕਿਉਂਕਿ ਜਿੱਤ ਅਸੀਂ ਪ੍ਰਾਪਤ ਕਰ ਲਈ ਹੈ, ਤੁਸੀਂ ਵੀ ਇਸ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋ। ਜਦੋਂ ਵੀ ਅਸੀਂ ਜਾਵਾਂਗੇ ਅਸੀਂ ਸਾਰਿਆਂ ਨੂੰ ਆਵਾਜ਼ ਵੀ ਮਾਰਾਂਗੇ। ਨਹੀਂ ਦੇਖੋ, ਸਾਡੇ ਉੱਤੋਂ ਪੰਥ ਉੱਤੋਂ ਭਰੋਸਾ ਨਹੀਂ ਉਹਨਾਂ ਦਾ ਟੁੱਟਦਾ, ਕਿਉਂਕਿ ਪੰਥ ਤਾਂ ਕਿਸੇ ਧਿਰ ਵਜੋਂ ਸ਼ਾਮਲ ਹੀ ਨਹੀਂ ਹੈਗਾ। ਜੇ ਇਹ ਜਗਜੀਤ ਸਿੰਘ ਜੀ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਬਹਿਣਾ, ਤੇ ਜੀ ਸਦਕੇ ਬੈਠਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਬੈਠਣ, ਉਹਨਾਂ ਦੇ ਨਾਲ ਬੈਠਣ, ਉਹ ਜਿਨ੍ਹਾਂ ਨੇ MSP ਵਾਸਤੇ ਲੜਨਾ ਹੈ ਪੰਜਾਬ ਦੀਆਂ, ਜੇ ਇਹ ਸੰਯੁਕਤ ਮੋਰਚਾ ਉਹਨਾਂ ਦੇ ਸਪੋਰਟ ਵਿੱਚ ਬੈਠਦਾ ਬੈਠਣ, ਪਰ ਅਸੀਂ ਉਦੋਂ ਆਵਾਂਗੇ ਜਦੋਂ ਇਹ ਸਾਨੂੰ ਆਵਾਜ਼ ਮਾਰਨਗੇ। ਅਸੀਂ ਸੱਦੇ ਦੀ ਗੱਲ ਕੀਤੀ, ਸੱਦੇ ਦੀ ਗੱਲ ਹੁਣ ਕਿਵੇਂ ਆ ਗਈ? ਉਹੀ ਲੋਕ ਹੋਣਗੇ, ਕੋਈ ਸੰਯੁਕਤ ਕਿਸਾਨ ਮੋਰਚਾ ਨਿਹੰਗ ਸਿੰਘ ਜਥੇਬੰਦੀਆਂ ਜਿਵੇਂ ਤੁਸੀਂ ਕਿਹਾ ਵੀ ਅਗਵਾਈ 'ਚ ਲੜੇਗਾ, ਉਹਨਾਂ ਦਾ
ਦਾ ਫਰਜ਼ ਨਹੀਂ ਕਿ ਬਿਨਾਂ ਸੱਦੇ ਤੋਂ ਆ ਕੇ ਲੜਿਆ ਜਾਵੇ, ਕਿਉਂਕਿ ਜੇਕਰ ਲੋਕਾਂ ਦੀ ਰਾਖੀ ਕਰਨੀ ਜ਼ਰੂਰੀ ਨਹੀਂ ਪਰ ਸੱਦੇ ਮਾਰਿਆ ਜਾਵੇ। ਨਹੀਂ, ਅਸੀਂ ਬਿਨਾਂ ਸੱਦੇ ਤੋਂ ਜਥੇਬੰਦੀਆਂ ਨੇ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਕਿਸੇ ਦੇ ਸੱਦੇ ਤੇ ਨਹੀਂ ਆਏ ਆ ਤੇ ਨਾ ਹੀ ਕਿਸੇ ਦੇ ਸੱਦੇ ਤੇ ਬੈਠੇ ਆਏ ਆ, ਅਕਾਲ ਪੁਰਖ ਦੇ ਸੱਦੇ ਤੇ ਬੈਠੇ ਆ ਅਸੀਂ। ਫਿਰ ਹੁਣ ਸੱਦੇ ਦੀ ਗੱਲ ਕਿਵੇਂ? ਇਹ ਗੱਲ ਇਸ ਕਰਕੇ ਆਈ ਸੱਦੇ ਦੀ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਸੱਦੇ ਦੀ ਗੱਲ ਆਉਣੀ ਨਹੀਂ ਸੀ ਚਾਹੀਦੀ, ਕਿਉਂਕਿ ਅਸੀਂ ਬਿਨਾਂ ਬੁਲਾਏ ਆਏ ਸੀ। ਔਰ ਬਿਨਾਂ ਬੁਲਾਏ ਆਉਣ ਤੋਂ ਬਾਅਦ ਜੋ ਸਾਡੇ ਨਾਲ ਵਿਹਾਰ ਹੋਇਆ ਇਹ 11 ਮਹੀਨਿਆਂ ਦੇ ਵਿੱਚ, ਜਿਸ ਤਰ੍ਹਾਂ ਸਾਨੂੰ ਪੰਥ ਨੂੰ ਜ਼ਲੀਲ ਕੀਤਾ ਗਿਆ, ਵਾਰੀ-ਵਾਰੀ ਸਾਡੇ ਟੈਸਟ ਲਏ ਗਏ, ਵਾਰੀ-ਵਾਰੀ ਸਾਡਾ ਅਪਮਾਨ ਕੀਤਾ ਗਿਆ, ਸਾਡੀਆਂ ਧਾਰਮਿਕ ਮਰਿਆਦਾਵਾਂ ਦਾ ਅਪਮਾਨ ਕੀਤਾ ਗਿਆ, ਸਾਡੇ ਨਿਸ਼ਾਨਾਂ ਦਾ ਅਪਮਾਨ ਕੀਤਾ ਗਿਆ, ਸਾਡੀਆਂ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਕੀਤਾ ਗਿਆ, ਸਾਨੂੰ ਇੱਥੋਂ ਤੱਕ ਕਿਹਾ ਗਿਆ ਕਿ ਸੱਦੀ ਨਾ ਬੁਲਾਈ, ਇਹ ਮੈਂ ਲਾੜੇ ਦੀ ਤਾਈ। ਅਸੀਂ ਫਿਰ ਵੀ ਬੈਠੇ ਰਹੇ, ਕਿਉਂਕਿ ਅਸੀਂ ਆਪਣਾ ਫਰਜ਼ ਸਮਝ ਕੇ ਬੈਠ ਰਹੇ। ਪਰ ਜਿਹੜਾ ਤਜਰਬਾ ਹੋ ਜਾਵੇ ਤੁਹਾਨੂੰ, ਉਸ ਤੋਂ ਬਾਅਦ ਤਾਂ ਸਾਨੂੰ ਦੁਬਾਰਾ ਸੋਚਣਾ ਪਏਗਾ ਨਾ, ਵੀ ਜਿਹੜਾ ਤਜਰਬਾ ਸਾਨੂੰ ਹੋ ਚੁੱਕਾ ਹੈ ਵੀ ਸਾਡੇ ਬਿਨਾਂ ਬੁਲਾਏ ਆਉਣ ਦਾ ਸਾਨੂੰ ਆਹ ਇਨਾਮ ਮਿਲਿਆ ਜਾਂ ਆਹ ਸਾਨੂੰ ਉਹਨਾਂ ਦਾ ਰਿਸਪੌਂਸ ਮਿਲਿਆ ਹੈ, ਤੇ ਉਸ ਤੋਂ ਬਾਅਦ ਸਾਡਾ ਬੈਠਣਾ ਨਹੀਂ ਬਣਦਾ। ਅਸੀਂ ਇੰਨੇ ਬੇਗੈਰਤ ਨਹੀਂ ਹੈਗੇ, ਨਾ ਅਸੀਂ ਪੰਥ ਦਾ ਅਪਮਾਨ ਕਰਾ ਸਕਦੇ ਇੱਥੇ ਬਹਿ ਕੇ, ਵੀ ਕੋਈ ਵਾਰੀ-ਵਾਰੀ ਪੰਥ ਦਾ ਅਪਮਾਨ ਕਰੇ ਜਾਵੇ ਔਰ ਅਸੀਂ ਸਿਰ ਸਿੱਟ ਕੇ ਬੈਠੇ ਰਹੀਏ। ਇਹ ਸਾਡੀ ਜ਼ਿੰਮੇਵਾਰੀ ਹੈ ਵੀ ਕਿ ਪੰਥ ਦਾ ਨਹੀਂ, ਉਹ ਸਾਰੀਆਂ ਸਟੇਜਾਂ ਤੇ ਬੋਲੇ ਹੋਏ ਨੇ, ਔਨ ਰਿਕਾਰਡ ਨੇ ਤੁਹਾਡੇ ਸਾਹਮਣੇ। ਦੀਪ ਸਿੰਘ ਵਾਲਾ ਬੋਲਿਆ, ਆਪਣਾ ਰਾਜੇਵਾਲ ਸਾਹਿਬ ਸਭ ਤੋਂ ਜਿਹਨੂੰ ਵੱਡਾ ਚਿਹਰਾ ਤੁਸੀਂ ਕਹਿੰਦੇ ਹੋ ਉਹ ਬੋਲਿਆ, ਅਜਨਾਲਾ ਬੋਲਿਆ। ਜਿਹੜੇ ਆਮ ਲੋਕ ਆ ਫਿਰ ਉਹਨਾਂ ਤੱਕ ਜਿਹੜੀ ਆਸ ਜੀ ਆ ਵੀ ਚਲੋ ਪੰਜਾਬ ਲੜਿਆ ਦੇ ਨਾਲ ਸਾਨੂੰ ਵੀ, ਜਿਵੇਂ ਪਹਿਲਾਂ ਪੰਜਾਬ ਨੇ ਪੱਤ ਲੱਖੀ ਹੈ ਸਾਰੇ ਰਾਜਾਂ ਦੀ, ਸਾਰਾ ਭਾਰਤ ਜਿੱਤ ਲੈਂਦੇ ਸੀ, ਅਹਿਮਦ ਸ਼ਾਹ ਅਬਦਾਲੀ ਵਰਗੇ ਪੰਜਾਬ ਕੋਲ ਆ ਕੇ ਹਥਿਆਰ ਸੁੱਟ ਜਾਂਦੇ ਸੀਗੇ। ਪੰਜਾਬ ਦੀ ਜਿੱਤ ਹੋ ਗਈ ਆ, ਹਰਿਆਣੇ ਦੀ ਹੋ ਗਈ ਆ, ਖੇਤੀ ਉਹਨਾਂ ਦਾ ਸਾਡੇ ਤੇ ਵੱਧ ਪ੍ਰਭਾਵ ਸੀ, ਤਾਂ ਉਹਨਾਂ ਦੀ ਜਿਹੜੀ ਆਸ ਆ ਉਹ ਟੁੱਟੂਗੀ ਨਾ ਜੇ ਤੁਸੀਂ ਇਕੱਲੇ ਖੇਤੀ। ਨਹੀਂ, ਦੇਖੋ ਮੇਰੀ ਗੱਲ ਸੁਣੋ, ਉਹਨੂੰ ਇਹ ਲੱਗਦਾ ਜਲੀਲ ਦੀ ਗੱਲ ਕੀਤੀ ਹੈ ਕਿ ਕੱਲ ਨੂੰ ਲੋਕ ਹੋਰ ਜਲੀਲ ਕਰਨਗੇ, ਜਿਸ ਤਰ੍ਹਾਂ ਮੇਰੇ ਸਾਥੀ ਨੇ ਕਿਹਾ ਵੀ ਕੱਲ ਨੂੰ ਕਹਿਣਗੇ ਨਹੀਂ ਕਿ ਜਥੇਬੰਦੀਆਂ ਪਹਿਲਾਂ ਉੱਠ ਕੇ ਚਲੇ ਗਈਆਂ, ਅਜੇ ਐਮਐਸਪੀ ਦਾ ਰੌਲਾ ਵਿੱਚ ਪਿਆ। ਜੇ ਅਸੀਂ 3 ਕਾਲੇ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਜਾਵਾਂਗੇ, ਫਿਰ ਜ਼ਰੂਰ ਸਾਡੇ ਤੇ ਸਵਾਲ ਉੱਠੇਗਾ। ਜੇ ਇਹ 3 ਕਾਲੇ ਕਾਨੂੰਨ ਜਿਹੜਾ ਮੁੱਖ ਟੀਚਾ ਸੀ ਇਸ ਸੰਘਰਸ਼ ਦਾ, ਉਹ ਰੱਦ ਹੋ ਜਾਂਦੇ, ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਕੌਣ ਕੀ ਕਹਿੰਦਾ। ਜੇ ਤੁਸੀਂ ਪੰਥ ਨੇ ਫੈਸਲਾ ਜੇ ਪੰਥ ਲੈਂਦਾ, ਜੇ ਸਾਨੂੰ ਕਹਿੰਦੀ ਆ ਸੰਗਤ, ਹਾਂ, ਫਿਰ ਅਸੀਂ ਉਹ ਤੇ ਜ਼ਰੂਰ ਫੁੱਲ ਚੜਾਵਾਂਗੇ। ਅਸੀਂ ਜਿਵੇਂ ਪਹਿਲਾਂ ਕਿਹਾ ਕਿਸੇ ਲੀਡਰ ਦੇ ਕਹਿਣ ਤੇ ਨਾ ਆਇਆ ਨਾ ਜਾਣਾ। ਜੇ ਸੰਗਤ ਦੁਬਾਰਾ ਫੇਰ ਸਾਨੂੰ ਪ੍ਰੋਪੋਜ਼ ਕਰਦੀ ਹੈ, ਸਭ ਕੁਝ ਹੈਗਾ, ਬੈਠੇ ਆ, ਸਭ ਕੁਝ ਹੈਗਾ ਵਿੱਚ ਹੀ ਐਮਐਸਪੀ ਦੇ ਵਿੱਚ ਹੀ ਬੈਠੇ ਆ। ਦੇਖੋ ਅਸੀਂ ਜਿਹੜੀ ਗੱਲ ਮੈਂ ਕਹਿ ਰਿਹਾ, ਤੁਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਅਸੀਂ ਬਿਨਾਂ ਬੁਲਾਏ ਆਏ, ਮਜ਼ਲੂਮਾਂ ਦੇ ਨਾਲ ਖੜੇ ਹੋਏ। ਸਾਨੂੰ ਲੱਗਦਾ ਸੀ ਕਿ ਮਜ਼ਲੂਮ ਧੇਰਾ ਕਿਸਾਨ ਜਿਹੜੇ ਆ, ਸਾਨੂੰ ਇਹਨਾਂ ਦੇ ਨਾਲ ਖੜੇ ਹੋਣੇ ਚਾਹੀਦੇ ਸੀ, ਖੜੇ ਹੋਏ। ਪਰ ਸਾਡਾ ਜਿਹੜਾ ਕੌੜਾ ਤਜਰਬਾ ਹੋਇਆ ਜਿਹੜਾ, ਉਸ ਨੂੰ ਦੇਖਦਿਆਂ ਹੋਇਆਂ ਅਸੀਂ ਇਸ ਵੱਡੀ ਜਿੱਤ ਜਿਹੜੀ ਸਾਡੀ ਹੋਈ ਆ, ਅਸੀਂ ਇਹਨੂੰ ਖੁਰਦ-ਬੁਰਦ ਨਹੀਂ ਕਰ ਸਕਦੇ। ਅਸੀਂ ਗੁਨਾਹਗਾਰ ਹੋਵਾਂਗੇ ਮਹਾਰਾਜ ਦੇ। ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਐਡੀ ਵੱਡੀ ਜਿੱਤ ਪੰਥ ਦੀ ਝੋਲੀ ਵਿੱਚ ਪਵੇ ਤੇ ਪੰਥ ਉਹਨੂੰ ਸੰਭਾਲ ਹੀ ਨਾ ਸਕੇ, ਪੰਥ ਫਿਰ ਹੋਰ ਗਾਹਾਂ ਅਗਲੇ ਰਾਹਾਂ ਤੇ ਤੁਰ ਪਏ। ਇਹ ਅਸੀਂ ਨਹੀਂ ਕਰਾਂਗੇ ਬਿਲਕੁਲ ਵੀ। ਅਸੀਂ ਇਸ ਜਿੱਤ ਨੂੰ ਬਿਲਕੁਲ ਮਾਣ ਸਤਿਕਾਰ ਨਾਲ ਲੈ ਕੇ ਜਾਵਾਂਗੇ। ਔਰ ਹਾਂ, ਅਸੀਂ ਵਾਰੀ-ਵਾਰੀ ਕਹਿੰਦੇ ਆ ਵੀ ਜੇ ਕੋਈ ਅਗਲਾ ਮੋਰਚਾ ਲੱਗਦਾ ਹੈ ਕਿਸੇ ਗੱਲ ਵਾਸਤੇ ਵੀ ਲੱਗਦਾ, ਕਿਉਂਕਿ ਜੇ ਮੈਂ ਸਪਸ਼ਟ ਕਹਾਂ ਤੇ ਜਿਹੜਾ ਮੋਰਚਾ ਅਗਲਾ ਲੱਗਣਾ ਹੈ ਉਹ ਐਮਐਸਪੀ ਦਾ ਮੋਰਚਾ ਨਹੀਂ ਹੈਗਾ। ਇਹ ਸਾਡੀਆਂ ਸਟੇਜਾਂ ਤੋਂ ਵਾਰੀ-ਵਾਰੀ ਅਨਾਉਂਸ ਹੋ ਚੁੱਕਾ ਹੈ ਕਿ ਇਹ ਇਕੱਲੇ ਕਿਸਾਨਾਂ ਦੇ ਮੰਗਾਂ ਦਾ ਮੋਰਚਾ ਹੁਣ ਨਹੀਂ ਰਹਿ ਗਿਆ, ਇਹ ਪੂਰੇ ਭਾਰਤ ਦੀਆਂ ਮੰਗਾਂ ਦਾ ਮੋਰਚਾ ਬਣ ਗਿਆ ਹੈ। ਪਰ ਜੇ ਭਾਰਤ ਦੀਆਂ ਮੰਗਾਂ ਦਾ ਮੋਰਚਾ ਫਿਰ ਬਣੂਗਾ, ਇਕੱਲੀ ਐਮਐਸਪੀ ਨਹੀਂ ਹੈ, ਜੇ ਫਿਰ ਅਗਲੀ ਲੜਾਈ ਲੜਨੀ ਹੈ ਤਾਂ ਫਿਰ ਸਾਰੀਆਂ ਮੰਗਾਂ ਦੀ ਲੜਾਈ ਲੜੀ ਜਾਵੇ, ਜਿਹੜੀਆਂ ਭਾਰਤ ਦੀਆਂ ਦੂਜੀਆਂ ਮੰਗਾਂ ਵੀ ਨੇ। ਜਿਵੇਂ ਮਜ਼ਦੂਰਾਂ ਦਾ ਕਾਲਾ ਕਾਨੂੰਨ ਮਜ਼ਦੂਰਾਂ ਦੇ ਖਿਲਾਫ ਆਇਆ, ਫਿਰ ਉਹਦੇ ਤੇ ਵੀ ਲੜੀ ਜਾਵੇ। ਫਿਰ ਜਨਤਕ ਤੌਰ ਤੇ ਜਿਹੜਾ ਸਾਰਾ ਦੇਸ਼ ਲੁੱਟਿਆ ਗਿਆ ਹੈ, ਜਿਹੜਾ ਸਾਰੇ ਦੇਸ਼ ਦੇ ਐਸੈਟਸ ਵੇਚੇ ਗਏ ਨੇ, ਜਿਹੜੇ ਲੋਕਾਂ ਦੀ ਜ਼ੁਬਾਨਬੰਦੀ ਕੀਤੀ ਗਈ ਆ, ਜਿਹੜੀਆਂ ਸਾਡੀਆਂ ਸੰਸਥਾਵਾਂ ਮਾਰ ਦਿੱਤੀਆਂ ਗਈਆਂ, ਸਾਡਾ ਡੈਮੋਕ੍ਰੇਟਿਕ ਰਾਈਟ ਖੋਏ ਗਏ ਨੇ, ਇਹ ਫਿਰ ਸਾਰੀਆਂ ਚੀਜ਼ਾਂ ਦੇ ਲਈ ਲੜਿਆ ਜਾਵੇ। ਫਿਰ ਇਕੱਲੀ ਐਮਐਸਪੀ ਲਈ ਕਿਉਂ ਲੜਿਆ ਜਾਵੇ? ਜਿਹੜਾ ਉਹ ਕਮਿਸ਼ਨ ਬਣਿਆ ਸੀਗਾ ਕਿਸਾਨਾਂ ਵਾਸਤੇ, ਸਵਾਮੀਨਾਥਨ ਕਮਿਸ਼ਨ, ਫਿਰ ਉਹਦੇ ਲਈ ਲੜਾਂਗੇ। ਫਿਰ ਮੇਰਾ ਮਤਲਬ ਹੈ ਫਿਰ ਜੇ ਅਗਲੀ ਲੜਾਈ ਜਿਹੜੀ ਹੈ ਨਾ, ਉਹ 2014 'ਚ ਜਿਹੜਾ ਬੀਜੇਪੀ ਏਜੰਡਾ ਲੈ ਕੇ ਆਈ ਸੀਗੀ ਵੀ ਅਸੀਂ ਦੇਸ਼ ਨੂੰ ਆਹ ਦੇਵਾਂਗੇ, ਹੁਣ ਅਗਲੀ ਲੜਾਈ ਸਾਡੀ ਉਹ ਬਣਦੀ ਹੈ। ਹੁਣ ਇਕੱਲੀ ਐਮਐਸਪੀ ਦੀ ਲੜਾਈ ਨਹੀਂ ਬਣਦੀ ਸਾਡੀ। ਇਸ ਲਈ ਜੇ ਅਗਲੀ ਲੜਾਈ ਅਸੀਂ ਲੜਾਂਗੇ ਤੇ ਫਿਰ ਅਸੀਂ ਉਹ ਸਾਰੀ ਲੜਾਈ ਲੜਾਂਗੇ ਜਿਹੜੀ 2014 ਦੇ ਵਿੱਚ ਬੀਜੇਪੀ ਨੇ ਏਜੰਡਾ ਦਿੱਤਾ ਸੀ ਦੇਸ਼ ਨੂੰ, ਜਿਸ ਤੋਂ ਭੱਜ ਗਏ, ਜਿਸ ਤੋਂ ਮੁੱਕਰ ਗਏ। ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਨੂੰ ਕੈਪਚਰ ਕੀਤਾ, ਦੇਸ਼ ਨਾਲ ਜੋ ਕੁਛ ਕੀਤਾ, ਉਹ ਲੜਾਈ ਫਿਰ ਉਹ ਲੜੀ ਜਾਊਗੀ। ਉਹ ਹੋ ਸਕਦਾ ਫਿਰ ਇਹਨਾਂ ਜਥੇਬੰਦੀਆਂ ਦੀ ਅਗਵਾਈ 'ਚ ਨਾ ਲੜੀ ਜਾਵੇ, ਉਹ ਦੇਸ਼ ਵਿੱਚ ਕੋਈ ਨਵੀਂ ਜਥੇਬੰਦ ਢਾਂਚਾ ਆਏਗਾ, ਉਸ ਜਥੇਬੰਦ ਢਾਂਚੇ ਦੀ ਅਗਵਾਈ ਵਿੱਚ ਲੜੀ ਜਾਏਗੀ ਤੇ ਅਸੀਂ ਵੀ ਸ਼ਾਮਲ ਹੋਵਾਂਗੇ। ਫਿਰ ਹਾਂਜੀ, ਤੁਸੀਂ ਹੁਣ ਵਾਰੀ-ਵਾਰੀ ਸਾਡੇ ਤੋਂ ਪੁੱਛਦੇ ਹੋ ਕਿ ਕੀ ਤੁਹਾਨੂੰ ਵਿਸ਼ਵਾਸ ਹੈ?
ਤੁਸੀਂ ਵੀ ਤਾਂ ਇੱਥੇ ਮੋਰਚੇ ਵਿੱਚ ਰਹੇ ਹੋ, ਕਿਵੇਂ ਸਾਡਾ ਵਿਸ਼ਵਾਸ ਤੋੜਿਆ ਗਿਆ ਵਾਰ-ਵਾਰ? ਠੀਕ ਹੈ ਨਾ। ਤੇ ਫਿਰ ਦੇਖੋ ਜਿਹੜਾ ਹਾਂ ਪੰਥ ਜੋ ਫੈਸਲਾ ਕਰੇਗਾ ਅਸੀਂ ਉਹੀ ਗੱਲ। ਬਾਕੀ ਦੂਸਰਾ ਨੰਬਰ ਇੱਕ ਸਾਡੀ ਹੋਰ ਗੱਲ ਆ, ਇੱਕ ਮੈਂ ਤੁਹਾਨੂੰ, ਜੇ ਐਮਐਸਪੀ ਤੇ ਇੱਥੇ ਅਸੀਂ ਬੈਠਦੇ ਆ, ਜੇ ਐਮਐਸਪੀ ਤੇ ਮੈਂ ਪੰਥ ਨੂੰ ਬੇਨਤੀ ਕਰਦਾ ਵੀ ਜੇ ਸਾਨੂੰ ਲੋਕ ਕਹਿੰਦੇ ਨੇ ਵੀ ਰੁਕ ਜਾਓ, ਅਸੀਂ ਰੁਕਾਂਗੇ ਤੇ ਅਸੀਂ ਨਾਲ ਹੀ ਪੰਥ ਨੂੰ ਇਹ ਅਪੀਲ ਕਰਦੇ ਹਾਂ ਜਿਹੜੀ ਸਾਡੀ ਇਹਨਾਂ ਦੀ ਐਮਐਸਪੀ ਦੀ ਮੰਗ ਰਹੂ। ਜੇ ਇੱਥੇ ਅਸੀਂ ਬੈਠਾਂਗੇ, ਅਸੀਂ ਰੱਖਾਂਗੇ ਸਾਡੇ ਜਿਹੜੇ ਬੰਦੀ ਸਿੰਘ ਰਿਹਾ ਸਰਕਾਰ ਕਰੇ, ਫਿਰ ਨਾਲ ਹੀ ਸੰਯੁਕਤ ਮੋਰਚਾ ਬੈਠੇ ਸਾਡੇ ਨਾਲ। ਜਿੱਥੇ ਤੁਹਾਡੇ ਨਾਲ ਬਹਿ ਜਾਣਗੇ ਤੁਹਾਡੀ ਇਹ ਬੰਦੀ ਸਿੰਘਾਂ ਵਾਲੀ ਮੰਗ ਦੇ। ਫਿਰ ਜੇ ਅਸੀਂ ਉਹਨਾਂ ਦੀ ਮੰਗ ਤੇ ਬੈਠ ਸਕਦੇ, ਸਾਡੇ ਨਾਲ ਕਿਉਂ ਨਹੀਂ ਬੈਠ ਸਕਦੇ? ਫਿਰ ਉਹ ਫੈਸਲਾ ਲੈਣ। ਸਾਡੀ ਵੱਡੀ ਮੰਗ ਇਹ ਆ ਸਰਕਾਰ ਤੋਂ ਵੀ ਜਿਹੜੇ ਸਾਡੇ ਨਜਾਇਜ਼ ਬੰਦੀ ਕਰ ਰੱਖੇ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਸਕਦੀਆਂ, ਉਹਨਾਂ ਨੂੰ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਬੰਦ ਕਰਕੇ ਰੱਖੋ? ਦੱਸੋ ਮੈਨੂੰ ਕਿਹੜੇ ਦੇਸ਼ ਦਾ ਕਾਨੂੰਨ ਆ ਇਹ? ਇੱਕ ਭਾਰਤ ਦਾ, ਸਿੱਖਾਂ ਵਾਸਤੇ। ਫਿਰ ਸਾਡੀ ਮੰਗ ਇਹ ਵੀ ਸ਼ਾਮਲ ਹੋਣੀ ਚਾਹੀਦੀ ਹੈ ਨਾਲ। ਜੇ ਇਹਨਾਂ ਨੇ ਮੋਰਚਾ ਐਮਐਸਪੀ ਤੇ ਲਾਉਣਾ, ਅਸੀਂ ਇੱਥੇ ਬਿਲਕੁਲ ਡਟ ਕੇ ਬੈਠਾਂਗੇ, ਨਹੀਂ ਜਾਂਦੇ ਛੱਡ ਕੇ। ਦੇਖੋ ਹਰ ਚੀਜ਼ ਨੂੰ ਤੁਸੀਂ ਸਿਆਸਤ ਨਾਲੋਂ ਅੱਡ ਕਰਕੇ ਵੇਖ ਹੀ ਨਹੀਂ ਸਕਦੇ। ਹੁਣ ਤਾਂ ਸਿਆਸਤ ਚੱਲਣੀ ਹੈ, ਸਾਰਾ ਕੁਝ ਸਿਆਸੀ ਵੀ ਚੱਲਣਾ। ਸਿਆਸੀ ਵੀ ਚੱਲ ਇੰਨੇ ਚਿਰ ਤਾਂ ਸਿਆਸਤੀ ਭਾਈ ਚੱਲਣ ਦੀ ਆ। ਜਗਦੀਪ ਬਿੱਟੂ ਨੇ ਕਿਹਾ ਸੀ ਵੀ ਜਦੋਂ ਕਾਨੂੰਨ ਰੱਦ ਕਰਨ ਦਾ ਐਲਾਨ ਸਰਕਾਰ ਕਰਦੀ ਹੈ ਤਾਂ ਅਸੀਂ ਜਿਹੜੇ ਕਤਲकांड ਵਾਲੇ ਜਿਹੜੇ ਹੈਗੇ ਮੁੱਖ ਮੰਤਰੀ ਦੇ, ਉਹ ਹਾਂ, ਉਹ ਵੀ ਅਸੀਂ ਸਾਰੇ ਬਾਬੂ ਜੀ ਬੈਠੇ ਨੇ। ਜਿਹੜਾ ਦੇਖੋ ਕਾਂਗਰਸ ਦਾ ਰਮਨੀਤ ਬਿੱਟੂ ਐਮਪੀ, ਉਹਨੇ ਐਲਾਨ ਕੀਤਾ ਸੀ ਇੱਥੇ ਖੜ ਕੇ, ਮੂਵੀਆਂ ਕੱਢ ਕੇ ਦੇਖ ਲਓ, ਵੀ ਜੇ ਸਰਕਾਰ 3 ਬਿੱਲ ਰੱਦ ਕਰਦੀ ਹੈ, ਸਾਡਾ ਪਰਿਵਾਰ, ਮੈਂ ਆਪ ਜਾ ਕੇ ਖੁਦ ਪ੍ਰਧਾਨ ਮੰਤਰੀ ਨੂੰ ਇਹ ਕਹਾਂਗਾ ਕਿ ਰਾਜੋਆਣੇ ਨੂੰ, ਭਾਈ ਹਵਾਰੇ ਦਾ ਵੀ ਉਹਨੇ ਨਾਂ ਲਿਆ, ਉਹਦੇ ਸਣੇ ਸਾਰੀ ਜਿਹੜੇ ਸਾਰੇ ਉਹ ਬਾਬ ਛੱਡਣੇ ਚਾਹੀਦੇ ਨੇ। ਹੁਣ ਉਹ ਟਾਈਮ ਆ ਗਿਆ, ਰਵਨੀਤ ਬਿੱਟੂ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਵਾਅਦਾ ਕੀਤਾ ਹੈ, ਲੋਕਾਂ ਨੂੰ ਕਿਹਾ, ਬੋਲਿਆ, ਉਹਨੂੰ ਪਗਾਵੇ। ਜੇ ਉਹ ਨਹੀਂ ਪਗਾਉਂਦਾ, ਫਿਰ ਇਹ ਹੁਣ ਪੰਥ ਨੂੰ ਸੋਚਣਾ ਚਾਹੀਦਾ। ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਐਮਪੀ ਬਣਾਉਣੇ ਹੋ ਜਾਂ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਣੇ, ਫਿਰ ਇਹ ਪੰਥ ਨੇ ਸੋਚਣਾ ਗਾ ਇਹਨਾਂ ਦਾ ਕੀ ਕਰਨਾ। ਅਸੀਂ ਜਿੱਦਾਂ ਐਮਐਸਪੀ ਦੇ ਨਾਲ ਅਸੀਂ ਕਹਿੰਦੇ ਆ ਵੀ ਸੰਯੁਕਤ ਮੋਰਚੇ ਨੂੰ ਅਪੀਲ ਕਰਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਾਲ ਪੰਥ ਵੱਲੋਂ ਲਾਈ ਜਾਵੇ, ਅਸੀਂ ਤਿਆਰ ਹਾਂ ਬੈਠਣ ਨੂੰ। ਵੀ ਪੰਥ ਕੋਈ ਹੋਰ ਸਾਡੀ ਪੰਥ ਦੀ ਕੋਈ ਜ਼ਰੂਰੀ ਮੰਗ ਹੋਊਗੀ, ਸਾਨੂੰ ਪੰਥ ਵੱਲੋਂ ਆਦੇਸ਼ ਹੋਏਗਾ ਵੀ ਇਹ ਵਿੱਚ ਮੰਗ ਸ਼ਾਮਲ ਕੀਤੀ ਜਾਵੇ, ਤੇ ਅਸੀਂ ਉਹ ਮੰਗ ਵੀ ਫਿਰ ਮੋਰਚੇ ਤੋਂ ਉਮੀਦ ਕਰਦੇ ਹਾਂ ਕਿ ਉਹ ਵੀ ਇਹਦੇ ਵਿੱਚ ਸ਼ਾਮਲ ਕੀਤੀ ਜਾਵੇ। ਬਈ ਜੇ ਇੱਕ ਤਾਂ ਇਹ ਹੈਗਾ ਹੀ ਆ ਵੀ ਬੰਦੀ ਸਿੰਘਾਂ ਦੀ ਰਿਹਾਈ, ਜੇ ਪੰਥ ਵੱਲੋਂ ਸਾਨੂੰ ਕੋਈ ਹੋਰ ਆਦੇਸ਼ ਹੁੰਦਾ ਹੈ ਵੀ ਤੁਸੀਂ ਜੇ ਇਹਨਾਂ ਨਾਲ ਬੈਠਣਾ, ਤੇ ਪੰਥਕ ਮਸਲੇ ਆ ਵੀ ਨੇ ਸਾਡੇ ਜਿਹੜੇ ਪੰਜਾਬ ਦੇ, ਉਹਨਾਂ ਨੂੰ ਵੀ ਇਸ ਮੋਰਚੇ ਦੇ ਵਿੱਚ ਨਾਲ ਸ਼ਾਮਲ ਕੀਤਾ ਜਾਵੇ, ਤੇ ਅਸੀਂ ਆਪਣੇ ਵੱਲੋਂ ਉਹ ਮਾਮਲੇ ਵੀ ਸ਼ਾਮਲ ਕਰਵਾਵਾਂਗੇ। ਦੇਖੋ ਉਹਨਾਂ ਨੇ ਸਾਡੇ ਟੈਸਟ ਕਰ ਲਏ, ਅਸੀਂ ਉਹਨਾਂ ਦੇ ਕਰ ਲਏ, ਗਾਂ ਫਿਰ ਅੱਗੇ ਤੁਰਨਾ ਤੇ ਉਹਨਾਂ ਨੂੰ ਸਾਨੂੰ ਯਕੀਨ ਦਿਵਾਉਣਾ ਹੀ ਪਏਗਾ ਨਾ ਵੀ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ। ਤੇ ਯਕੀਨ ਦਿਵਾਉਣ ਦਾ ਇੱਕੋ ਇੱਕ ਤਰੀਕਾ ਹੈ ਵੀ ਸਾਡੀਆਂ ਮੰਗਾਂ ਸ਼ਾਮਲ ਕਰ ਲੈਣ, ਤੇ ਜਿੱਦਣ ਉਹ ਸਾਡੀਆਂ ਮੰਗਾਂ ਸ਼ਾਮਲ ਕਰ ਲੈਣਗੇ ਪੰਥ ਦੀਆਂ, ਤੇ ਸਾਨੂੰ ਯਕੀਨ ਹੋ ਜਾਏਗਾ ਨਾ, ਫਿਰ ਅਸੀਂ ਉਹਦਾ ਹਿੱਸਾ ਹੋ ਜਾਾਂਗੇ ਉਸ ਮੋਰਚੇ ਦਾ। ਅੱਜ ਅਸੀਂ ਉਸ ਮੋਰਚੇ ਦਾ ਹਿੱਸਾ ਨਹੀਂ ਹੈਗੇ, ਜਿੱਦਣ ਉਹ ਸਾਡੀਆਂ ਮੰਗਾਂ ਵਿੱਚ ਸ਼ਾਮਲ ਕਰ ਲੈਣਗੇ ਉਦੋਂ ਅਸੀਂ ਉਸ ਮੋਰਚੇ ਦਾ ਹਿੱਸਾ ਹੋਵਾਂਗੇ ਬਰਾਬਰ। ਉਦੋਂ ਫਿਰ ਸਾਨੂੰ ਇਹ ਨਹੀਂ ਕੋਈ ਕਹਿ ਸਕਦਾ ਸੱਦੀ ਨਾ ਬੁਲਾਈ। ਨਹੀਂ, ਅਸੀਂ ਤਾਂ ਸਹਿਯੋਗੀ ਹਾਂ, ਐਲਾਨੀਆਂ ਸਹਿਯੋਗੀ। ਮੈਂ ਇੱਕ ਮਿੰਟ ਦੱਸ ਦਿੰਦਾ। ਪੰਥਕ ਜਥੇਬੰਦੀ ਨੇ ਅਗਵਾਈ ਨਹੀਂ ਕੀਤੀ, ਪੰਥਕ ਜਥੇਬੰਦੀਆਂ ਨੇ ਸਹਿਯੋਗ ਕੀਤਾ ਹੈ। ਸਹਿਯੋਗ ਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਸ਼ਾਮਲ ਹੋਈਆਂ ਨੇ। ਅਗਵਾਈ ਇੱਕ ਕਿਸਾਨ ਮੋਰਚੇ ਦੀ ਸੀ, ਉਹਨਾਂ ਨੇ ਐਲਾਨੀਆਂ ਕਹਿ ਰੱਖਿਆ ਸੀ ਵੀ ਇਹ ਕਿਸਾਨ ਮੋਰਚੇ ਦਾ ਹੈ। ਇੱਕ ਤੁਹਾਨੂੰ ਯਾਦ ਹੋਏਗਾ ਇੱਥੇ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੋਈ ਸੀਗੀ ਵੀ ਇਹ ਪੰਥ ਬਨਾਮ ਕਾਮਰੇਡਾਂ ਦਾ ਵੀ ਕੋਈ ਇੱਕ ਇਸ਼ੂ ਹੈਗਾ, ਨੈਰੇਟਿਵ ਬਣਾਇਆ ਗਿਆ ਸੀ। ਅਸੀਂ ਉਹਨੂੰ ਬਿਲਕੁਲ ਤੋੜਿਆ ਵੀ ਨਾ ਤੇ ਇੱਥੇ ਪੰਥ ਬਨਾਮ ਕੋਈ ਕਾਮਰੇਡ ਹੈਗਾ, ਨਾ ਪੰਥ ਇਸ ਮੋਰਚੇ ਦੇ ਹਿੱਸਾ ਹੈਗਾ, ਅਸੀਂ ਸਹਿਯੋਗੀ ਹੈਗੇ ਹਾਂ। ਸਹਿਯੋਗ ਸਾਡਾ ਇਸ ਕਰਕੇ ਬਣਦਾ ਹੈ ਕਿਉਂਕਿ ਕਿਸਾਨ ਇਸ ਵੇਲੇ ਮਜ਼ਲੂਮ ਆ। ਸਿੱਖ ਨੇ ਹਮੇਸ਼ਾ ਮਜ਼ਲੂਮ ਨਾਲ ਖੜੇ ਹੋਣਾ, ਅਸੀਂ ਮਜ਼ਲੂਮ ਨਾਲ ਖੜੇ ਹਾਂ, ਔਰ ਉਹਨਾਂ ਚਿਰ ਖੜੇ ਹਾਂ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ। ਸਾਡਾ ਟਾਰਗੇਟ ਕਾਨੂੰਨ ਵਾਪਸ ਕਰਾਉਣਾ ਸੀ। ਉਸ ਤੋਂ ਬਾਅਦ ਜੇ ਐਡ ਹੁੰਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜੇ ਸਾਨੂੰ ਸ਼ਾਮਲ ਕਰਦੇ ਆ
ਜੇ ਸਹਿਯੋਗੀ ਦੇ ਤੌਰ ਤੇ ਅਸੀਂ ਜਿੰਨਾ ਕਰਨਾ ਸੀ ਕਰਤਾ। ਹੁਣ ਜੇ ਅਸੀਂ ਅਗਲੀ ਲੜਾਈ ਦੇ ਵਿੱਚ ਸਾਨੂੰ ਸ਼ਾਮਲ ਕਰਦੇ ਆ, ਹਿੱਸਾ ਬਣਾਉਂਦੇ ਆ, ਤੇ ਉਹਦੇ ਹਿੱਸੇ ਦੇ ਵਿੱਚ ਅਸੀਂ ਹਿੱਸੇਦਾਰ ਦੇ ਤੌਰ ਤੇ ਆਪਣੀਆਂ ਮੰਗਾਂ ਵੀ ਸ਼ਾਮਲ ਕਰਵਾਵਾਂਗੇ। ਤੇ ਜੇ ਉਹ ਸਾਡੀਆਂ ਮੰਗਾਂ ਸ਼ਾਮਲ ਕਰ ਲੈਂਦੇ ਹਿੱਸੇਦਾਰ ਦੇ ਤੌਰ ਤੇ, ਅਸੀਂ ਬੈਠ ਜਾਵਾਂਗੇ ਉਹਨਾਂ ਦੇ ਨਾਲ। ਤੇ ਅਸੀਂ ਇਹੀ ਬੇਨਤੀ ਹੈ ਪੰਥ ਨੂੰ, ਤੁਹਾਡਾ ਜੋ ਪੰਥ ਦਾ ਹੁਕਮ ਹੋਊਗਾ ਅਸੀਂ ਉਹ ਸਿਰ ਮੱਥੇ ਮੰਨਣਾ। ਦੇਖੋ ਜਿਹੜਾ ਅਸੀਂ ਵਚਨ ਕੀਤਾ ਸੀ ਉਹ ਪੁਗਾ ਰਹੇ ਆ। ਜਦੋਂ ਵੀ ਬਿੱਲ ਆ ਜਾਂਦੇ ਨੇ ਉਦੋਂ ਪੰਥ ਨੇ ਫੈਸਲਾ ਲੈਣਾ। ਜੋ ਵੀ ਸਾਨੂੰ ਪੰਥ ਨੇ ਹੁਕਮ ਕਰਨਾ, ਅਸੀਂ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਪੰਥ ਨੇ ਸਾਡੇ ਉੱਤੇ ਭਰੋਸਾ ਕੀਤਾ, ਸਾਨੂੰ ਵੱਡਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਾਣ ਬਖਸ਼ਿਸ਼ ਕੀਤਾ ਸਾਰਿਆਂ ਨੇ। ਜੋ ਵੀ ਅਗਲੀ ਰਣਨੀਤੀ ਆ ਸਾਰਿਆਂ ਨਾਲ ਜਿਹੜੀ ਵੀ ਹੈ ਬੈਠ ਕੇ ਸਾਰਿਆਂ ਦੇ ਜਿਹੜੇ ਆਪਣੇ ਸੁਝਾਅ ਪੰਥ ਦੇ ਲੈ ਜਾਣਗੇ। ਉਹ ਕਿਵੇਂ ਆ, ਫਿਲਹਾਲ ਇਹੀ ਐਲਾਨ ਸੀਗਾ ਸਾਡਾ ਵੀ ਇੱਥੇ ਜਿਹੜੇ 3 ਕਾਨੂੰਨ ਨੇ ਉਹ ਰੱਦ ਹੋਣਗੇ ਤਾਂ ਇੱਥੋਂ ਜਾਊਗਾ ਖਾਲਸਾ। ਜੇ ਅਗਲੀ ਰਣਨੀਤੀ ਕੋਈ ਤਿਆਰ ਕਰਨੀ ਆ ਫਿਰ ਉਹਦੀ, ਜਿੱਥੇ ਅਸੀਂ ਹੁਣ ਸੰਜੋਗੀ ਹੋ ਕੇ ਲੜੇ ਆ, ਫਿਰ ਅਸੀਂ ਬਰਾਬਰ ਦੀ ਧਿਰ ਬਣ ਕੇ ਲੜਾਂਗੇ। ਫਿਰ ਉਹਦੇ ਵਿੱਚ ਪੰਥ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਅਸੀਂ ਉਹ ਵੀ ਸ਼ਾਮਲ ਕਰਾਵਾਂਗੇ। ਕਿਉਂ ਜਦੋਂ ਬਰਾਬਰ ਦਾ ਧੜਾ ਕੋਈ ਬਣ ਜੇ ਫਿਰ ਉਹਨੂੰ ਹੱਕ ਹਰੇਕ ਨੂੰ ਬਣਦਾ। ਹੁਣ ਤੱਕ ਅਸੀਂ ਨੇ ਕਿਸਾਨੀ ਮੰਗਾਂ ਹੀ ਰੱਖੀਆਂ ਨੇ ਮੁੱਖ, ਪੰਥ ਦੀ ਕੋਈ ਵੀ ਇਹਦੇ ਵਿੱਚ ਮੰਗ ਨਹੀਂ ਰੱਖੀ ਗਈ। 3 ਕਾਨੂੰਨਾਂ ਤੇ ਲੜੇ ਆ ਵੀ 3 ਕਾਨੂੰਨ ਰੱਦ ਹੋਣਗੇ। ਅਸੀਂ ਪੰਥ ਨੇ ਸਾਡੇ ਉੱਤੇ ਵਿਸ਼ਵਾਸ ਕੀਤਾ, ਨਿਹੰਗ ਸਿੰਘ ਜਥੇਬੰਦੀਆਂ ਉੱਤੇ। ਅਸੀਂ ਆਪਦਾ ਜਿਹੜਾ ਪੰਥ ਦਾ ਮਾਣ ਰੱਖਿਆ, ਵਿਸ਼ਵਾਸ ਟੁੱਟਣ ਨਹੀਂ ਦਿੱਤਾ ਉਦੋਂ ਤੱਕ ਜਦੋਂ ਤੱਕ ਇਹ ਬਿੱਲ ਕਾਨੂੰਨੀ ਕਿਰਪਰਿਆ ਨਹੀਂ ਪੂਰੀ ਕਰ ਲੈਂਦੇ, ਕਾਗਜ਼ੀ ਪੱਤਰ ਨਹੀਂ ਆ ਜਾਂਦੇ ਸਾਡੇ ਕੋਲੇ। ਤੇ ਦੁਬਾਰਾ ਫੇਰ ਮੈਂ ਦੱਸਦਾ ਵੀ ਜੇ ਸਾਨੂੰ ਦੁਬਾਰਾ ਫੇਰ ਇਹਦੇ ਵਿੱਚ ਕਹਿ ਇੱਥੇ ਪੰਥ ਵੱਲੋਂ ਅਪੀਲ ਆਉਂਦੀ ਆ ਜਾਂ ਲੋਕਾਂ ਵੱਲੋਂ ਵੀ ਬੈਠੋ ਤੁਸੀਂ, ਹਜੇ ਨਹੀਂ ਜਾਣਾ MSP ਦਾ ਮਾਮਲਾ ਜਾਂ ਹੋਰ ਆ, ਅਸੀਂ ਬੈਠਾਂਗੇ ਬਰਾਬਰ ਦੀ ਧਿਰ ਬਣ ਕੇ। ਤੇ ਉਹਦੇ ਵਿੱਚ ਪੰਥ ਦੀਆਂ ਮੰਗਾਂ ਵੀ ਫਿਰ ਸ਼ਾਮਲ ਕੀਤੀਆਂ ਜਾਣ, ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੋਏ। ਬਸ ਆਹ ਗੱਲ ਆ ਸਾਡਾ। ਨਹੀਂ ਦੇਖੋ ਇਹ ਗੱਲ ਇਹ ਆ, ਮੈਂ ਵੀ ਬਾਬਾ ਜੀ ਵੀ ਦੇ ਦੇਣਗੇ, ਜਿਹੜਾ ਕਿਸਾਨੀ ਦਾ ਮੋਢਾ ਇਹਦੇ ਵਿੱਚ ਦੇਖੋ ਉਹਦਾ ਖਤਮ ਹੋ ਗਿਆ। 3 ਬਿੱਲ ਰੱਦ ਖਤਮ ਹੋ ਗਏ। MSP ਤਾਂ ਹੈਗੀ ਆ, MSP ਕੌਣ ਕਹਿੰਦਾ ਟੁੱਟ ਗਈ। ਹੁਣ ਜਿਹੜੀਆਂ ਦੂਜੀਆਂ ਜਿਹੜੇ ਉਹ ਵੀ ਆ ਜਾਣੇ ਆ, ਉਹਨਾਂ ਨੇ ਅਪੀਲ ਕਰਤੀ। ਦੇਖੋ ਪਹਿਲਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ, ਅਸੀਂ ਇੱਥੇ ਕੀ ਨਾਰਾ ਲਾਇਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਹੁਣ ਤੱਕ ਕਿਸੇ ਮਜ਼ਦੂਰ ਦਾ ਮੈਂ ਸਮਝਦਾ ਵੀ ਕੋਈ ਲੀਡਰ ਕੋਈ ਵੀ ਦਿਖਾ ਦਿਓ, ਉਹਨਾਂ ਨੂੰ ਤਾਂ ਅਸੀਂ ਇੱਕ ਵਰਤੇ ਹੀ ਹੈ। ਤੁਸੀਂ ਪੰਥ ਦੀ ਵਾਰ-ਵਾਰ ਗੱਲ ਕਰਦੇ ਹੋ ਸਾਡੇ ਤੇ, ਪੰਥ ਐਂ ਕਰਦਾ ਪੰਥ। ਜਿਹੜੇ ਮਜ਼ਦੂਰ ਨੂੰ ਹੁਣ ਤੱਕ ਵਰਤਿਆ ਇਹਨਾਂ ਨੇ, ਜਿਹਦਾ ਨਾਂ ਲੈਂਦੇ ਰਹੇ ਨੇ ਹੁਣ ਤੱਕ ਸਾਲ ਦਾ, ਉਹਨਾਂ ਦਾ ਇੱਕ ਵੀ ਲੀਡਰ ਦਿਖਾ ਦਿਓ। ਉਹਨਾਂ ਦੀ ਕਿਹੜੀ ਮੰਗ ਪੂਰੀ ਕਰਤੀ ਵਿਚਾਰਿਆਂ ਦੀ? ਉਹਨਾਂ ਨੂੰ ਕਿਉਂ ਐਵੇਂ ਧੱਕੇ ਨਾਲ ਹੀ ਸ਼ਾਮਲ ਕੀਤਾ ਗਿਆ? ਸਾਨੂੰ ਤਾਂ ਧੱਕੇ ਮਾਰ ਕੱਢ ਦਿੱਤੇ ਇਹ ਪੰਥ ਨੂੰ। ਤੇ ਉਹ ਮਜ਼ਦੂਰਾਂ ਦਾ ਉਹੀ 9 ਸਾਲ ਵਰਤਦੇ ਰਹੇ ਨੇ, ਉਹਨਾਂ ਦੀ ਮੰਗ ਦਿਖਾਓ ਇੱਕ ਵੀ, ਉਹਨਾਂ ਦੀ ਕਿਹੜੀ ਸ਼ਾਮਲ ਕਰੀ ਇਹਨਾਂ ਦੇ? ਸਾਡੇ ਤੁਸੀਂ ਬਾਰ-ਬਾਰ ਪੱਤਰਕਾਰ ਕਹੇ ਐਂ ਕਰਦੇ ਹੋ ਪੰਥ, ਉਹਦਾ ਜਵਾਬ ਦਿਓ ਮੈਨੂੰ, ਪੱਤਰਕਾਰ ਦੇ ਜਵਾਬ ਦਾ, ਉਸ ਗੱਲ ਦਾ ਜਵਾਬ ਦੇ। ਬਾਬਾ ਜੀ ਮੇਰੇ ਰੱਦ ਹੁੰਦੇ ਆ ਤਾਂ ਇੱਕ ਮਿੰਟ ਜੀ ਮੀਡੀਆ ਨੂੰ ਸਵਾਲ ਕਰਨ ਦਿਓ। ਜੇ ਖੇਤੀ ਕਾਨੂੰਨ ਰੱਦ ਹੁੰਦੇ ਆ, ਜ਼ਮੀਨਾਂ ਕਿਸਾਨਾਂ ਕੋਲ ਰਹਿਣਗੀਆਂ ਤਾਂ ਮਜ਼ਦੂਰ ਮਜ਼ਦੂਰੀ ਕਰ ਸਕਣਗੇ। ਜੇ ਜ਼ਮੀਨਾਂ ਹੀ ਕਾਰਪੋਰੇਟ ਘਰਾਣੇ ਲੈ ਦੇ, ਮਸ਼ੀਨਾਂ ਆ ਜਾਣੀਆਂ ਸੀਗੀਆਂ, ਮਜ਼ਦੂਰ ਦੀ ਵੀ ਨਾਲ ਹੀ। ਉਹੀ ਦੇਖੋ ਮਜ਼ਦੂਰ ਦੀ ਜਿੱਤ ਹੋਈ ਆ ਨਾ, ਕੋਈ ਮਜ਼ਦੂਰ ਲੀਡਰ ਤਾਂ ਕੋਈ ਆਇਆ ਨਹੀਂ ਕਿੱਥੇ। ਤੇ ਇਹ ਗੱਲ ਵੀ ਦੇਖੋ ਮਜ਼ਦੂਰਾਂ ਦੀ, ਮੈਨੂੰ ਐ ਮਜ਼ਦੂਰ ਦੀ ਕਿਹੜੀ ਮੰਗ ਪੂਰੀ ਹੋਈ ਆ? ਇੱਕ ਚੰਨੀ ਸਰਕਾਰ ਨੇ ਇਹ ਹੁਣ ਐਲਾਨ ਕੀਤਾ ਵੀ ਅਸੀਂ ਜੇ ਸਰਕਾਰ 17,000 ਰੁਪਇਆ ਦੇਂਦੀ ਆ ਤਾਂ ਮਜ਼ਦੂਰ ਨੂੰ ਵੀ 10,000 ਰੁਪਇਆ ਦਿੱਤਾ ਜਾਊਗਾ। ਤੇ ਸਾਡੇ ਖੇਤਾਂ ਦੇ ਵਿੱਚ ਤਾਂ ਸਾਡੇ ਦੇਖੋ ਅਸੀਂ ਮਜ਼ਦੂਰਾਂ ਨਾਲ ਇਹਨਾਂ ਨੇ ਕੀ ਹਾਲ ਕਰਿਆ ਉੱਥੇ। ਤੇ ਉਹਨਾਂ ਦੀ ਵੀ ਜਦੋਂ ਫਸਲ ਵੱਢਣੀ ਦੀ ਆਉਂਦੀ ਆ, ਉਹਨਾਂ ਨੂੰ ਵੀ ਇਹ ਮਤਾ ਨਹੀਂ ਪਾਉਣਾ ਚਾਹੀਦਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਵੀ ਮਜ਼ਦੂਰਾਂ ਦੀ ਇੰਨੀ ਪੱਕੀ ਦਿਹਾੜੀ ਕਰਤੀ, ਅਸੀਂ ਮਜ਼ਦੂਰਾਂ ਨਾਲ ਖੜੇ ਆ। ਠੀਕ ਹੈ ਨਾ, ਉਹ ਪੱਕੀ ਕਰਨੀ ਚਾਹੀਦੀ ਆ। ਸਾਨੂੰ ਮਜ਼ਦੂਰਾਂ ਦੀ ਕਰਨੀ ਚਾਹੀਦੀ। ਇਸ ਕਰਕੇ ਅਸੀਂ ਕਹਿੰਦੇ ਵੀ ਜੇ ਪੰਥ ਸਾਨੂੰ ਦੁਬਾਰੇ ਕਹੂਗਾ ਅਸੀਂ ਬੈਠੇ ਆ, ਜਿਵੇਂ ਸਾਰਿਆਂ ਦਾ ਹੋਊਗਾ ਅਸੀਂ ਬਿਲਕੁਲ ਅਸੀਂ ਡਟੇ ਬੈਠੇ ਨਹੀਂ ਜਾਂਦੇ। ਦੇਖੋ ਮੋਢਾ ਵਰਤਨ ਦੀ ਗੱਲ ਇਹ ਹੁੰਦੀ ਆ, ਜੇ ਬਾਹਰ ਖੜ ਕੇ ਕੋਈ ਤਮਾਸ਼ਾ ਵੇਖਦਾ ਹੋਵੇ ਨਾ ਫਿਰ ਉਹ ਐਂਟਰੀ ਕਰੇ ਤੇ ਫਿਰ ਮੋਢਾ ਵਰਤਦਾ। ਅਸੀਂ ਨਾਲ ਬਹਿ ਕੇ ਲੜੇ ਆ ਉਹਨਾਂ ਦੇ। ਮੋਢਾ ਵਰਤਣ ਵਾਲਾ ਕਿਹੜਾ ਮਾਮਲਾ ਇਹਦੇ 'ਚ? ਅਸੀਂ ਤਾਂ ਅੱਜ ਤੱਕ ਜਿਹੜੀ ਲੜਾਈ ਲੜੀ ਆ ਉਹਨਾਂ ਦੀ ਸੇਵਾ ਹੀ ਕੀਤੀ ਇੱਥੇ ਬਹਿ ਕੇ। ਤੇ ਜੇ ਉਹ ਸਾਡੇ ਤੋਂ ਅਗਲੇ ਗਾਂਹ ਵੀ ਸਾਡੇ ਤੋਂ ਸਹਿਯੋਗ ਚਾਹੁੰਦੇ ਨੇ ਤੇ ਫਿਰ ਉਹਨੂੰ ਸਹਿਯੋਗ ਦੇਣ ਵੀ ਨਾ ਸਾਨੂੰ, ਵੀ ਸਾਡੇ ਪੰਥਕ ਮਸਲੇ ਆ ਜਿਹੜੇ। ਹਾਂਜੀ
ਹਾਂ ਉਹਨਾਂ ਹਿਸਾਬ ਤਾਂ ਹੋਵੇ ਕਿ ਇਹਨਾਂ ਨੇ ਫਿਰ ਉਦਾਂ ਜਿੱਦਾਂ ਗਦਾਰੀਆਂ ਨਹੀਂ ਪੈ ਨਹੀਂ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਦੇ ਜਿਵੇਂ ਤਿੰਨ ਕਾਨੂੰਨਾਂ ਦੀ ਗੱਲ ਚੱਲਦੀ ਆ ਹਾਂ ਤਿੰਨਾਂ ਕਾਨੂੰਨਾਂ ਦੀ ਗੱਲ ਬਾਬਾ ਜੀ ਕਰੋ ਕਰੋ ਇੱਕ ਤਿੰਨ ਕਾਨੂੰਨਾਂ ਦੀ ਗੱਲ ਚੱਲਦੀ ਆ ਇਹ ਕਿਸਾਨ ਮਜ਼ਦੂਰ ਏਕਤਾ ਦਾ ਸਵਾਲ ਚੱਲਦਾ ਕਿਸਾਨ ਮਜ਼ਦੂਰ ਏਕਤਾ ਦਾ ਸਵਾਲ ਚੱਲਦਾ ਇੱਕ ਚੌਥਾ ਕਾਨੂੰਨ ਜਿਹੜਾ ਮਜ਼ਦੂਰ ਮਾਰੂਗਾ 8 ਘੰਟੇ ਦੇ ਬਜਾਏ 12 ਘੰਟੇ ਕੰਮ ਕਰਨਾ ਕਦੀ ਉਹਦੀ ਵੀ ਕਿਸੇ ਨੀਤੀ ਮੈਂ ਵਾਰ-ਵਾਰ ਇਸ ਦੀ ਗੱਲ ਕੀਤੀ ਆ ਜੀ ਮੇਰੀਆਂ ਪਿਛਲੀਆਂ ਸਾਰੀਆਂ ਰਿਕਾਰਡਿੰਗ ਕੱਢ ਕੇ ਵੇਖ ਲਓ ਵੀ ਕਿਸਾਨਾਂ ਨੇ ਜੇ ਮਜ਼ਦੂਰਾਂ ਦਾ ਨਾਂ ਨਾਲ ਲੈਣਾ ਤੇ ਉਹ ਜਿਹੜਾ ਕਾਲਾ ਬਿੱਲ ਉਹਨਾਂ ਦੇ ਖਿਲਾਫ ਪਾਸ ਹੋਇਆ ਉਹ ਬਿੱਲ ਨਾਲ ਸ਼ਾਮਲ ਹੋ ਜਾਣਾ ਚਾਹੀਦਾ ਸੀਗਾ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਮਾਂ ਕੱਢ ਕੇ ਆਏ ਸਾਡੀ ਆਵਾਜ਼ ਦੁਨੀਆ ਤੱਕ